सतनाम श्री वाहिगुरु साहिब जीओ। गुरमुख सखी सहेली मेरी मोको देवो दान हर प्राण जीवाया। गुरमुख सखी सहेली मेरी मोको देवो दान हर प्राण जीवाया। हम होवै लाले गोले गुरसिखां के जिन्हां दिन हर प्रभ पुरख ध्याया। मेरे मन तन बिरहों गुर सिख पगलाया। मेरे प्राण सिखा गुर के सिख भाई मोको करो उपदेश हर मिलै मिलाया। रहाओ जा हर प्रभ भावै तां गुर सिख मेले बिन बचन गुरु सतगुर मन भाया। वडभागी गुर के सिख प्यारे हर निर्बाणी निर्वाण पद पाया। सत संगत गुर की हर प्यारी जिन हर हर नाम मीठा मन भाया। बिन सतगुर संगत संग न पाया से भागहीन पापी जम खाया। आप कृपाल कृपा प्रभ धारे हर आपे गुरमुख मिलै मिलाया। जन नानक बोले गुण बाणी गुरबाणी हर नाम समाया। जेता जियो पिंड सब तेरा तू अंतर जामी पुरख भगवान। दासन दास कहे जन नानक जिहा तू कराहे तिहा हों करी वखियान। सतनाम श्री वाहिगुरु साहिब जीओ। वडहंस महला पहला आवो मिलो सहेलियो सचड़ा नाम लिहा। रोवो बिरहा तन का अपना साहिब संभाले। साहिब संभाले पंथ निहाले असां पे उथै जाना। जिसका किया तिन ही लिया होआ तिसै का पाना। जो तिन कर पाया सो आगे आया असी के हुक्म करेहा। आवो मिलो सहेलियो सचड़ा नाम लिहा। जो तिन कर पाया सो आगे आया असी के हुक्म करेहा। आवो मिलो सहेलियो सचड़ा नाम लिहा। वाहिगुरु जी का खालसा वाहिगुरु जी की फतेह। परम सत्कारयोग सतगुरु सच्चे पातशाह जी की साजी नवाजी गुरु साध संगत जी बहुत ही बड़े भागां वाले हाँ आपां सारे जो धन धन साहिब श्री गुरु ग्रंथ साहिब जी महाराज जी के वडहंस राग की बाणी की विचार एलानिया के शब्दों की विचार आपां मालिक की बख्शिश सदका कर रहे हैं। अज दूजे शब्द ते महाराज की बख्शिश सदका पहुँचे हाँ। महाराज कृपा करन अपने शब्दों के विचार आप कराउण आप सरवण कराउण। कल आपां पहले शब्द दे विच जो मरण के बारे विचार कीती है जो कि आम संसार की खेल मालिक ने रची हुई है। मालिक ने सारी सृष्टि आप सिरजी है, इसनूं आप चलाउंदे ने, इसनूं आप धंधे ते लाया है। कारोबारां च सारे जो लगे हुए ने मालिक दे लाए हुए ने। ऐसा आपां ने विचार कीती सी। जिस वेले समय पूरा हो जाता है फिर इस जीव नूं मालिक लै जाता है, घत के लै जाता है। महाराज कहते फिर अपने जिहड़े परिवार के वीर भाई ने समाज के दोस्त मित्र ने ये सब रोंदे ने। जिस वेले हंस दा ते काया दा विछोड़ा हुंदा है
ਜੀਵਨ ਦੀ ਅਵਸਥਾ ਪੂਰੀ ਹੋ ਜਾਂਦੀ ਹੈ, ਉਸ ਵੇਲੇ ਫਿਰ ਜੈਸਾ ਲਿਖਿਆ ਹੁੰਦਾ ਐਸਾ ਇਹਨੇ ਪ੍ਰਾਪਤ ਕਰਨਾ ਹੁੰਦਾ ਹੈ, ਜੋ ਇਸਨੇ ਮੌਤ ਤੋਂ ਪਹਿਲਾਂ ਪਹਿਲਾਂ ਕਮਾਇਆ ਹੈ, ਜੋ ਸਰੀਰ ਰਾਹੀਂ ਕਰਮ ਕਮਾਇਆ। ਮਾਲਕ ਨੇ ਐਸੇ ਸਰੀਰ ਦੇ ਕਿਰਿਆ ਦੇ ਧੰਦੇ ਲਾਏ ਹੋਏ ਨੇ। ਆਪਣੇ ਮਾਲਕ ਨੂੰ ਸਿਮਰਨ ਦਾ ਹੁਕਮ ਕੀਤਾ। ਮਹਾਰਾਜ ਨੇ ਕਿਹਾ, ਭਾਈ ਐਸਾ ਤਾਂ ਸਭ ਨੇ ਇਸ ਸੰਸਾਰ ਤੋਂ ਚਲੇ ਹੀ ਜਾਣਾ, ਸਭ ਨੂੰ ਐਸੇ ਧੰਦੇ ਲਾਇਆ। ਇਹ ਝੂਠਾ ਜਿਹੜਾ ਆਪਾਂ ਨੂੰ 4 ਦਿਹਾੜੇ ਜੀਵਨ ਵਿੱਚ ਆਪਾਂ ਵਿਚਰਦੇ ਹਾਂ, ਇਹ ਆਪਣੇ ਨਾਲ ਐਸੀ ਅਵਸਥਾ ਸਭ ਨਾਲ ਬਣੀ ਹੋਈ। ਮਹਾਰਾਜ ਕਹਿੰਦੇ, ਭਾਈ ਇਹ ਤਾਂ ਇਉਂ ਜਾਣੋ ਜਿਵੇਂ ਇੱਕ ਮਹਿਮਾਨ ਥੋੜ੍ਹਾ ਚਿਰ ਇਸ ਸਰੀਰ ਵਿੱਚ ਰਹਿੰਦਾ ਹੈ, ਐਸਾ ਜੀਵਨ ਵਿੱਚ ਆਪਾਂ ਨੇ ਆਪਣੇ ਆਪ ਨੂੰ ਪਾਉਣਾ, ਕਿਸੇ ਵੀ ਪ੍ਰਕਾਰ ਦਾ ਹੰਕਾਰ ਨਹੀਂ ਕਰਨਾ। ਮਹਾਰਾਜ ਕਹਿੰਦੇ, ਉਸ ਮਾਲਕ ਨੂੰ ਸੇਵਾ ਕਰਦਿਆਂ ਹੋਇਆਂ ਸੇਵਨਾ, ਫਿਰ ਜਿਸ ਵੀ ਦਰ 'ਤੇ ਜਾਂਦਾ ਹੈ ਇਹਨੂੰ ਸੁੱਖ ਪ੍ਰਾਪਤ ਹੁੰਦਾ ਹੈ। ਮਹਾਰਾਜ ਕਹਿੰਦੇ, ਭਾਈ ਉਹ ਫਿਰ ਰੱਬ ਦਾ ਨਾਮ ਪ੍ਰਾਪਤ ਕਰਦਾ ਹੈ। ਐਸਾ ਰੱਬ ਦਾ ਨਾਮ ਪ੍ਰਾਪਤ ਕਰਨਾ, ਸੇਵਾ ਕਰਦਿਆਂ ਹੋਇਆਂ ਰੱਬ ਨੂੰ ਸੇਵਨਾ। ਸੋ ਸੱਚੇ ਪਾਤਸ਼ਾਹ ਕਹਿੰਦੇ, ਉਸ ਰੱਬ ਦੇ ਅੱਗੇ ਹੁਕਮ ਨਹੀਂ ਚੱਲਦਾ ਰੱਤੀ ਮਾਤਰ ਵੀ। ਐਸਾ ਹਰੇਕ ਦੇ ਸਿਰ ਦੇ ਉੱਤੇ ਭਾਈ ਹੁਕਮ ਲਿਖਿਆ ਹੋਇਆ ਰੱਬ ਦਾ। ਮਹਾਰਾਜ ਕਹਿੰਦੇ ਹਨ, ਭਾਈ ਆਪਣੇ ਸਾਹਿਬ ਨੂੰ ਸਿਮਰਨਾ ਕਰੋ। ਇਸ ਸੰਸਾਰ ਤੋਂ ਕੋਈ ਐਸਾ ਜੀਵ ਨਹੀਂ ਹੈ ਜਿਹੜਾ ਨਾ ਗਿਆ ਹੋਵੇ। ਐਸੇ ਸਮਰੱਥ ਮਾਲਕ ਨੂੰ ਜੋ ਭਾਉਂਦਾ ਹੈ ਉਹ ਹੁੰਦਾ ਹੈ। ਇਹ ਜਗ ਦਾ ਹੀਲਾ ਹੈ, ਐਸਾ ਵਸੀਲਾ ਰੱਬ ਨੇ ਬਣਾਇਆ ਸੰਸਾਰ ਦਾ। ਐਸਾ ਮਾਲਕ ਜਲ ਥਲ ਵਿੱਚ ਮਹੀਲ ਵਿੱਚ ਆਪ ਰਵਿਆ ਹੋਇਆ, ਸਭ ਦੇ ਵਿੱਚ ਆਪ ਸਮਾਇਆ ਹੋਇਆ। ਉਹ ਸੱਚਾ ਜਿਹੜਾ ਸਿਰਜਣਹਾਰ ਹੈ। ਕਹਿੰਦੇ, ਭਾਈ ਉਹ ਲਿਖਿਆ ਨਹੀਂ ਜਾ ਸਕਦਾ, ਐਸਾ ਅਪਾਰ ਮਾਲਕ ਹੈ, ਉਹਦਾ ਅੰਤ ਨਹੀਂ ਕੋਈ ਪਾ ਸਕਦਾ। ਮਹਾਰਾਜ ਕਹਿੰਦੇ, ਭਾਈ ਆਇਆ ਸੰਸਾਰ ਵਿੱਚ ਉਹ ਸਫਲ ਹੈ, ਕਹਿੰਦੇ ਜਿਹਨੇ ਇੱਕ ਮਨ ਹੋ ਕੇ ਆਪਣੇ ਮਾਲਕ ਨੂੰ ਧਿਆਉਣਾ ਕੀਤਾ। ਕਹਿੰਦੇ ਸੰਸਾਰ ਨੂੰ ਉਹ ਆਪ ਢਾਉਂਦਾ ਤੇ ਆਪ ਉਸਾਰਦਾ ਹੈ, ਤੇ ਆਪਣੇ ਹੁਕਮ ਨਾਲ ਸਭ ਨੂੰ ਸਵਾਰਦਾ। ਮਹਾਰਾਜ ਕਹਿੰਦੇ, ਜੋ ਮਾਲਕ ਨੂੰ ਸਮਰੱਥ ਮਾਲਕ ਨੂੰ ਭਾਉਂਦਾ ਹੈ, ਇਹ ਸੰਸਾਰ ਦਾ ਹੀਲਾ ਉਸ ਤਰ੍ਹਾਂ ਬਣਦਾ। ਕਹਿੰਦੇ ਮਹਾਰਾਜ ਅਖੀਰਲੇ ਪਦ ਵਿੱਚ ਵੀ ਇਹ ਉਪਦੇਸ਼ ਦਿੰਦੇ ਨੇ। ਕਹਿੰਦੇ, ਐ ਸਿਆਣਿਓ, ਉਹਦਾ ਬੈਰਾਗ ਰੁੰਨਾ ਜਾਣੀਏ ਜਿਹੜਾ ਦੇ ਪਿਆਰ ਵਿੱਚ ਬੈਰਾਗੀ ਹੋਵੇ। ਬੇਲੇਵੇ ਕਾਰਨ ਸੰਸਾਰ ਵਿੱਚ ਨਹੀਂ ਰੋਣਾ। ਮਹਾਰਾਜ ਕਹਿੰਦੇ ਮਾਇਆ ਕਾਰਨ ਨਹੀਂ ਰੋਣਾ, ਇਹ ਐਸਾ ਰੋਣਾ, ਕਹਿੰਦੇ ਭਾਈ ਸਾਰਾ ਬੇਕਾਰ ਹੈ। ਕਹਿੰਦੇ ਜਿਹੜੇ ਬੰਦੇ ਰੋਂਦੇ ਨੇ ਉਹ ਕੇਵਲ ਮਾਇਆ ਕਾਰਨ ਰੋਂਦੇ ਨੇ। ਇਹ ਸੰਸਾਰ ਗਾਫਲ ਹੈ, ਯਾਨੀ ਨਿਆਣਾ ਹੈ, ਇਹਨੂੰ ਹਾਲੇ ਸਮਝ ਨਹੀਂ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ, ਭਾਈ ਇਸ ਬੰਦੇ ਨੂੰ ਹਾਲੇ ਚੰਗਾ ਤੇ ਮੰਦਾ ਸੁਝਦਾ ਨਹੀਂ ਹੈ। ਇਹ ਆਪਣਾ ਜੀਵਨ ਐਸਾ ਸੰਸਾਰ ਵਿੱਚ ਤਨ ਖੋ ਕੇ ਚਲਾ ਜਾਂਦਾ, ਯਾਨੀ ਬੇਕਾਰ ਚਲਾ ਜਾਂਦਾ। ਕਹਿੰਦੇ ਇੱਥੇ ਆਇਆ ਜਿਹੜਾ ਸੰਸਾਰ ਵਿੱਚ ਉਹਨੇ ਸਭ ਨੇ ਚਲਿਆ ਜਾਣਾ। ਰੱਤੀ ਮਾਤਰ ਵੀ ਝੂਠਾ ਹੰਕਾਰ ਨਹੀਂ ਕਰਨਾ ਭਾਈ। ਕਹਿੰਦੇ ਉਹ ਸੰਸਾਰ ਵਿੱਚ ਰੋਇਆ ਚੰਗੀ ਤਰ੍ਹਾਂ ਬੈਰਾਗੀ ਜਾਣੀਏ, ਕਹਿੰਦੇ ਜਿਹੜਾ ਰੱਬ ਦੇ ਨਾਲ ਪਿਆਰ ਕਰਦਾ। ਐਸਾ ਆਪਾਂ ਨੇ ਪਹਿਲੀ ਜਿਹੜੀ ਪੌੜੀ ਸੀ, ਪਹਿਲਾ ਸ਼ਬਦ ਸੀ, 5 ਪੌੜੀਆਂ ਨੇ, 5 ਸ਼ਬਦ ਨੇ। ਪੌੜੀਆਂ ਦਾ ਅਰਥ ਹੈ ਕਿ ਇਹ ਰਾਸਤੇ ਨੇ, 5 ਸਟੈਪਸ ਨੇ। ਪਹਿਲੇ ਸਟੈਪ ਦਾ ਜੋ ਪਹਿਲਾ ਸ਼ਬਦ ਸੀ, ਉਹਦੇ ਆਪਾਂ ਵਿਚਾਰ ਸੰਖੇਪ ਮਾਤਰ ਸਰੂਪ ਦੇ ਵਿੱਚ ਆਪਾਂ ਨੇ ਹੁਣ ਸਰਵਣ ਕੀਤੀ ਹੈ। ਹੁਣ ਦੂਜਾ ਸ਼ਬਦ, ਇਹ ਵੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਹੈ, ਜੋ ਅੱਜ ਆਪਾਂ ਨੇ ਵਿਚਾਰ ਕਰਨੀ ਹੈ। ਇਹ ਵਡਹੰਸ ਰਾਗ ਦਾ ਸ਼ਬਦ ਹੈ ਭਾਈ। ਮਹੱਲਾ ਪਹਿਲਾ ਨਾਨਕ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਅਕਾਲ ਪੁਰਖ ਪਰਮੇਸ਼ਰ ਨੇ ਉਚਾਰਨ ਕੀਤਾ ਹੈ। ਆਓ ਦੇਖੀਏ ਕੀ ਮਹਾਰਾਜ ਸਾਡੇ ਵਾਸਤੇ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ। ਵਡਹੰਸ ਮਹੱਲਾ ਪਹਿਲਾ। ਆਵੋ ਮਿਲਹੁ ਸਹੇਲੀਓ, ਸਚੜਾ ਨਾਮ ਲਿਆ। ਹੁਣ ਸਹੇਲੀ 2 ਪ੍ਰਕਾਰ ਦੇ ਸ਼ਬਦ ਮਹਾਰਾਜ ਉਚਾਰਨ ਕਰਦੇ ਨੇ। ਕਹਿੰਦੇ ਆਓ ਸਹੇਲੀਓ। ਇੱਕ ਤਾਂ ਆਪਣੇ ਸਰੀਰ ਦੇ ਅੰਦਰ ਜਿਹੜੀਆਂ ਆਪਣੀਆਂ ਇੰਦਰੀਆਂ ਹਨ, ਮਨ ਤੇ ਇੰਦਰੀਆਂ, 5 ਗਿਆਨ ਇੰਦਰੀ, 5 ਕਰਮ ਇੰਦਰੀ, ਇਹਨਾਂ ਨੂੰ ਪਹਿਲਾਂ ਆਪਣੀ ਸਹੇਲੀ ਬਣਾਉਣਾ, ਮਿੱਤਰ ਬਣਾਉਣਾ। 2 ਪ੍ਰਕਾਰ ਦੀ ਅਵਸਥਾ ਦੇ ਵਿੱਚ ਇਹ ਸ਼ਬਦ ਆਉਂਦਾ ਗੁਰਬਾਣੀ ਵਿੱਚ। ਇੱਕ ਤਾਂ ਆਪਣੇ ਮਨ ਦੇ ਨਾਲ ਗਿਆਨ ਇੰਦਰੀ ਅਤੇ ਕਰਮ ਇੰਦਰੀ, ਇਹਨਾਂ ਨੂੰ ਸੰਬੋਧਨ ਕੀਤਾ ਹੋਇਆ। ਤੇ ਦੂਜਾ ਜੋ ਜੀਵ ਰੂਪੀ ਇਸਤਰੀ ਹੈ, ਗੁਰਮੁਖ ਪਿਆਰੇ,
ਜਿਹੜੇ ਵੀ ਸੰਸਾਰ ਵਿੱਚ ਰੱਬ ਨੂੰ ਮਿਲਣ ਦੀ ਤਾਂਘ ਰੱਖਦੇ ਨੇ, ਗੁਰੂ ਦੇ ਗੁਰ ਵੱਲ ਮੁੱਖ ਰੱਖ ਕੇ ਤੁਰਨ ਦਾ ਜਿਨ੍ਹਾਂ ਦੇ ਮਨ ਵਿੱਚ ਇੱਕ ਖਿਆਲ ਪੈਦਾ ਹੋਇਆ ਹੈ, ਉਹਨਾਂ ਨੂੰ ਵੀ ਸਹੇਲੀ ਕਿਹਾ। ਇਹ ਦੋ ਪ੍ਰਕਾਰ ਦੇ ਨਾਲ ਇਸ ਤਰ੍ਹਾਂ ਸ਼ਬਦ ਆਉਣਗੇ। ਮਹਾਰਾਜ ਇਸ ਤਰ੍ਹਾਂ ਸਾਨੂੰ ਪਹਿਲੇ ਉਸ ਦੇ ਵੀ ਸ਼ਬਦ ਦੱਸਣਗੇ ਜਿਹੜਾ ਘੱਟ ਬੈਠੇ ਮਾਲਕ ਨੂੰ, ਯਾਨੀ ਆਪਣੇ ਮਨ ਨੂੰ, ਗਿਆਨ ਇੰਦਰੀਆਂ ਨੂੰ, ਕਰਮ ਇੰਦਰੀਆਂ ਨੂੰ, ਇਹਨਾਂ ਨੂੰ ਸੰਬੋਧਨ ਕੀਤਾ ਹੈ। ਐਸਾ ਵੀ ਸ਼ਬਦ ਆਉਂਦਾ। ਮਹਾਰਾਜ ਗੌੜੀ ਰਾਗ ਦੇ ਵਿੱਚ ਹੀ ਗੁਰੂ ਨਾਨਕ ਪਾਤਸ਼ਾਹ ਜਿਸ ਵੇਲੇ ਛੰਦ ਉਚਾਰਨ ਕਰਦੇ ਨੇ, ਕਹਿੰਦੇ ਮੇਰੇ ਸਖੀ ਸਹੇਲੜੀਓ ਹਮ ਫਿਰ ਰਾਹ ਵੇਹਾ, ਗੁਰ ਪੁੱਛ ਲਿਖੋਗੀ ਜਿਉਂ ਸ਼ਬਦ ਸੁਨੇਹਾ। ਐਸਾ ਸ਼ਬਦ ਮਹਾਰਾਜ ਦੇ ਵਿੱਚ ਆਇਆ ਹੈ। ਮਹਾਰਾਜ ਕਹਿੰਦੇ ਹਨ ਭਾਈ, ਇੱਕ ਹੋਰ ਜਗ੍ਹਾ ਵੀ ਪੰਚਮ ਪਾਤਸ਼ਾਹ ਦਾ ਸ਼ਬਦ ਆਉਂਦਾ ਹੈ। ਕਹਿੰਦੇ ਭਾਈ ਸਖੀ ਸਹੇਲੀ ਗਾਓ ਮੰਗਲੋ, ਗ੍ਰਹਿ ਆਏ ਹਰ ਕੰਤ ਜੀਓ। ਆਪਣੇ ਸਰੀਰ ਦੇ ਵਿੱਚ ਦੀ ਅਵਸਥਾ ਦਾ ਜ਼ਿਕਰ ਹੈ। ਕਹਿੰਦੇ ਗ੍ਰਹਿ ਲਾਲ ਆਏ ਮਨ ਤੇ ਆਏ, ਸੇਜ ਸੁੰਦਰ ਸੋਈਆ। ਕਹਿੰਦੇ ਐਸੀ ਅਵਸਥਾ ਆਪਣੇ ਘੱਟ ਬੈਠੇ ਮਾਲਕ ਨੂੰ, ਮਨ ਨੂੰ, ਗਿਆਨ ਇੰਦਰੀਆਂ ਦੁਆਰਾ, ਕਰਮ ਇੰਦਰੀਆਂ ਦੁਆਰਾ, ਯਾਨੀ ਐਸਾ ਉਪਦੇਸ਼ ਆਇਆ ਗੁਰਬਾਣੀ ਦੇ ਵਿੱਚ। ਮਹਾਰਾਜ ਐਸਾ ਵੀ ਜ਼ਿਕਰ ਕਰਦੇ ਨੇ ਪੰਚਮ ਪਾਤਸ਼ਾਹ ਕਿ ਆਵੋ ਮਿਲੋ ਸਹੇਲਿਓ ਮੇਰੇ ਲਾਲ ਜੀਓ, ਹਰ ਹਰ ਨਾਮ ਅਰਾਧੇ ਰਾਮ। ਕਰ ਸੇਵ ਹੈ ਪੂਰਾ ਸਤਿਗੁਰੂ ਮੇਰੇ ਲਾਲ ਜੀਓ, ਜਨ ਕਾ ਮਾਰਗ ਸਾਧੇ ਰਾਮ। ਮਾਰਗ ਬਿਖੜਾ ਸਾਧ ਗੁਰਮੁਖ, ਹਰ ਦਰਗ ਹੈ ਸੋ ਪਾਪਾਈ। ਜਿਨ ਕੋ ਵਿਧਾਤੇ ਧੁਰੋਂ ਲਿਖਿਆ, ਤਿਨਾ ਰਹਿਣ ਦਿਨ ਲਿਵਲਾਈਏ। ਹਉਮੈ ਮਮਤਾ ਮੂੰਹ ਛੂਟਾ, ਜਾਂ ਸੰਗ ਮਿਲਿਆ ਸਾਧੇ। ਜਨ ਕਹੈ ਨਾਨਕ ਮੁਕਤ ਹੋਆ, ਹਰ ਹਰ ਨਾਮ ਅਰਾਧੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਐਸੇ ਕਈ ਪ੍ਰਕਾਰ ਦੇ ਨਾਲ ਇਹਨਾਂ ਸਹੇਲੀਆਂ ਨੂੰ ਵੀ ਯਾਨੀ ਸੰਬੋਧਨ ਕਰਦੇ ਨੇ। ਮਹਾਰਾਜ ਕਹਿੰਦੇ ਆਵੋ ਮਿਲੋ ਸਹੇਲਿਓ, ਸਿਮਰੋ ਸਿਰਜਣਹਾਰੋ, ਬਈਅਰ ਨਾਮ ਸੁਹਾਗਣੀ ਸੱਚ ਸਵਾਰਨ ਹਾਰੋ। ਐਸੇ ਵੀ ਸ਼ਬਦ ਗੁਰੂ ਮਹਾਰਾਜ ਦੇ ਵਿੱਚ ਆਏ ਨੇ। ਐਸਾ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਸ਼ਬਦ ਹੈ ਇੱਕ ਸੂਹੀ ਰਾਗ ਦੇ ਵਿੱਚ, ਨਾਨਕ ਕਹੇ ਸਹੇਲਿਓ ਸੌ ਖਰਾ ਪਿਆਰਾ, ਹਮ ਸਹਿ ਤੇਰੀਆਂ ਦਾਸੀਆਂ ਸਾਚਾ ਖਸਮ ਹਮਾਰਾ। ਇੱਥੇ ਸਾਰੇ ਜੀਵਾਂ ਨੂੰ ਵੀ ਉਪਦੇਸ਼ ਕੀਤਾ ਹੈ ਸਹੇਲੀਆਂ ਕਰਕੇ। ਸੋ ਮਹਾਰਾਜ ਨੇ ਚੌਥੇ ਪਾਤਸ਼ਾਹ ਦਾ ਵੀ ਸ਼ਬਦ ਇਸ ਤਰ੍ਹਾਂ ਆਉਂਦਾ ਹੈ, ਸਖੀ ਸਹੇਲੀ ਮੇਰੀਆਂ ਮੇਰੀ ਜਿੰਦੜੀਏ, ਕੋਈ ਹਰ ਪ੍ਰਭ ਆਣ ਮਿਲਾਵੇ ਰਾਮ। ਹਨ ਆਏ ਸ਼ਬਦ ਚੌਥੇ ਪਾਤਸ਼ਾਹ ਦਾ ਵੀ ਬਿਹਾਵਲੇ ਰਾਗ 'ਚ ਸ਼ਬਦ ਹੈ। ਮਹਾਰਾਜ ਫਿਰ ਇੱਕ ਹੋਰ ਸ਼ਬਦ ਤਲੰਗ ਰਾਗ 'ਚ ਵੀ ਚੌਥੇ ਪਾਤਸ਼ਾਹ ਕਹਿੰਦੇ ਹਨ, ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਭਾਈਆਂ, ਹਰ ਦਰਗੇ ਪੈਣ ਆਈਆਂ, ਹਰ ਆਪ ਗੱਲ ਲਾਈਆਂ। ਜੋ ਗੁਰਮੁਖ ਨਾਮ ਧਿਆਇਂਦੇ, ਤਿਨ ਦਰਸ਼ਨ ਦੀਜੈ, ਹਮ ਤਿਨ ਕੇ ਚਰਨ ਪਖਾਲਦੇ, ਧੂੜ ਘੋਲ ਘੋਲ ਪੀਜੈ। ਸੋ ਐਸੇ ਬਾਹਰੇ ਗੁਰਸਿੱਖਾਂ ਦੇ ਪ੍ਰਤੀ ਵੀ ਸਹੇਲੀਆਂ ਕਰਕੇ ਸ਼ਬਦ ਉਚਾਰਨ ਹੋਇਆ। ਆਪਣੇ ਘੱਟ ਬੈਠੇ ਮਾਲਕ ਨੂੰ ਵੀ ਸੰਬੋਧਨ ਕੀਤਾ ਹੋਇਆ ਐਸਾ ਸ਼ਬਦ ਆਇਆ। ਇੱਕ ਐਸਾ ਵੀ ਸ਼ਬਦ ਆਇਆ, ਮਹਾਰਾਜ ਕਹਿੰਦੇ ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ, ਮਨ ਤਨ ਅਰਪ ਤਜ ਲਾਜ ਲੁਕਾਨੀ। ਸਖੀ ਸਹੇਲੀ ਕੋ ਸਮਝਾਵੇ, ਸੋਈ ਕਮਾਵੇ ਜੋ ਪ੍ਰਭ ਭਾਵੇ, ਸਾ ਸੁਹਾਗਣ ਅੰਕ ਸਮਾ। ਕਹਿੰਦੇ ਐਸੇ ਸੁਹਾਗਣ ਆ ਰੱਬ ਨਾਲ ਮਿਲ ਜਾਂਦੀਆਂ ਨੇ, ਜਿਹੜੀ ਸਖੀ ਸਹੇਲੀਆਂ ਨੂੰ ਸਮਝਾਉਣੀਆਂ ਕਰਦੀਆਂ, ਯਾਨੀ ਜਿਹੜੀ ਰੱਬ ਦੇ ਨਾਲ ਮਿਲੀਆਂ ਹੋਈਆਂ ਆਪਣੇ ਗੁਰਮੁਖਾਂ ਦੇ ਨਾਲ ਜਿਸ ਵੀ ਵਿਚਾਰ ਕਰਦੀਆਂ ਨੇ, ਉਹਨਾਂ ਨੂੰ ਸਮਝਾਉਣਾ ਕਰਦੀਆਂ। ਕਹਿੰਦੇ ਭਾਈ ਐਸੀ ਅਵਸਥਾ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਉਣੇ ਕੀਤੇ ਨੇ। ਇਹਨਾਂ ਨੂੰ ਆਪਾਂ ਸਮਝੀਏ। ਹੁਣ ਜਿਹੜਾ ਆਪਾਂ ਸ਼ਬਦ ਆ ਰਹੇ ਹਾਂ, ਕਹਿੰਦੇ ਆਵੋ ਮਿਲੋ ਸਹੇਲਿਓ, ਸਚੜਾ ਨਾਮ ਲਿਆ। ਇਹ ਜਿਵੇਂ ਆਪਾਂ ਕਹਿੰਦੇ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ, ਜੇ ਘੱਟ ਬੈਠੇ ਇੰਦਰੀਆਂ ਨੂੰ ਸਹੇਲੀਆਂ ਕਿਹਾ ਤੇ ਬਾਹਰ ਵੀ ਜੀਵ ਰੂਪੀ ਇਸਤਰੀਆਂ ਨੂੰ ਸਹੇਲੀਆਂ ਕਰਕੇ ਸੰਬੋਧਨ ਕੀਤਾ ਜਾਂਦਾ ਸ਼ਬਦ। ਕਹਿੰਦੇ ਐ ਸਹੇਲਿਓ ਆਓ, ਕਹਿੰਦੇ ਆਪਾਂ ਮਿਲਣਾ ਕਰੀਏ। ਆਪਾਂ ਸਭ ਇੱਕ ਮਾਲਕ ਦੇ ਖਸਮ ਦੀਆਂ ਸਹੇਲੀਆਂ ਹਾਂ, ਰੱਬ ਨੂੰ ਮਿਲਣ ਵਾਸਤੇ ਆਈਆਂ ਹਾਂ। ਸਚੜਾ ਨਾਮ ਲਿਆ, ਸੱਚੇ ਤਰੀਕੇ ਨਾਲ ਰੱਬ ਦਾ ਜ਼ਿਕਰ ਕਰੀਏ, ਉਹਦਾ ਨਾਮ ਲੈਣਾ ਕਰੀਏ। ਰੋਵੋ ਬਿਰਹਾ ਤਨ ਕਾ, ਆਪਣਾ ਸਾਹਿਬ ਸਮੇਂ ਸਮਾਨ ਲੇਹਾ। ਕਹਿੰਦੇ ਭਾਈ ਆਪਣੇ ਤਨ ਦਾ ਬਿਰਹਾ, ਬੈਰਾਗ ਜਿਹਨੂੰ ਆਪਾਂ ਕਹਿੰਦੇ ਆ ਭਾਈ, ਐਸੀ ਅਵਸਥਾ ਨੂੰ ਜੀਵਨ ਦੇ ਵਿੱਚ ਕਹਿੰਦੇ ਰੋਵੋ ਬਿਰਹਾ ਤਨ ਕਾ, ਆਪਣੇ ਤਨ ਦਾ ਬਿਰਹਾ ਰੋਣਾ ਕਰੋ। ਆਪਣਾ ਮਨ ਘੱਟ ਬੈਠੇ ਮਾਲਕ ਨੂੰ ਸੰਭਾਲੇ, ਯਾਨੀ ਉਸ ਨੂੰ ਆਪਣੇ ਜੀਵਨ 'ਚ ਟਿਕਾਏ। ਐਸਾ ਬਿਰਹਾ ਸਾਡੇ ਮਨ ਵਿੱਚ ਆਉਣਾ ਚਾਹੀਦਾ।
ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੈ, ਕਹਿੰਦੇ ਇੱਕ ਨਾ ਰੂਨਾ ਮੇਰੇ ਤਨ ਕਾ ਬਿਰਹਾ, ਜਿਨ ਹਉ ਪਿਰਹੋਂ ਵਿਛੋੜੀ, ਸੁਪਨੇ ਆਇਆ ਭੀ ਗਿਆ ਮੈਂ ਜਲ ਭਰਿਆ ਰੋਏ, ਆਏ ਨਾ ਸਕਾਂ ਤੁਝ ਕਨ ਪਿਆਰੇ, ਭੇਜ ਨਾ ਸਕਾਂ ਕੋਏ, ਆਓ ਸੁਭਾਗੀ ਨੀਂਦੜੀਏ ਮਤ ਸਹੁ ਦੇਖਾ ਸੋਏ, ਤੈ ਸਾਹਿਬ ਕੀ ਬਾਤ ਜੈ ਆਖੈ ਕਹੋ ਨਾਨਕ ਕੈ ਦੀਜੈ, ਸ਼ੀਸ ਬੜੈ ਕਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀਜੈ, ਕਿਉਂ ਨਾ ਮਰੀਜੈ ਜੀਅੜਾ ਨਾ ਦੀਜੈ, ਜਾਂ ਸਹੁ ਭਇਆ ਵਿਡਾ। ਐਸੇ ਬਿਰਹੇ ਦੇ ਸ਼ਬਦ ਆਪਣੇ ਆਪ ਨੂੰ ਬੈਰਾਗ ਵਿੱਚ ਲੈ ਕੇ ਆਉਣਾ, ਕਹਿੰਦੇ ਆਪਣੇ ਤਨ ਲੈਣ ਤੋਂ ਬਾਅਦ ਘਟ ਬੈਠੇ ਰੱਬ ਦਾ ਵਿਸਰ ਜਾਣਾ, ਐਸਾ ਬੈਰਾਗ ਸਾਡੇ ਮਨ 'ਚ ਆਉਣਾ ਚਾਹੀਦਾ। ਕਬੀਰ ਸਾਹਿਬ ਦਾ ਇੱਕ ਸ਼ਬਦ ਹੈ, ਕਬੀਰ ਕਹਿੰਦੇ ਬਿਰਹੋਂ ਭਿਅੰਗਮ ਮਨ ਵਸੈ ਮੰਤ ਨਾ ਮਾਨੈ, ਕੋਈ ਰਾਮ ਵਿਯੋਗੀ ਨਾ ਜੀਐ, ਜੀਏ ਤਾਂ ਬੋਰਾ ਹੋਏ। ਇਸ ਤਰ੍ਹਾਂ ਹੀ ਅੱਗੇ ਜਾ ਕੇ ਐਸਾ ਵੀ ਸ਼ਬਦ ਹੈ ਕਬੀਰ ਸਾਹਿਬ ਜੀ ਦਾ, ਕਹਿੰਦੇ ਬਿਰਹਿ ਬਿਰਹਿ ਆਖੀਏ ਬਿਰਹਿ ਤੂੰ ਸੁਲਤਾਨ ਫਰੀਦਾ, ਇਹ ਫਰੀਦ ਸਾਹਿਬ ਜੀ ਦਾ ਸ਼ਬਦ। ਕਹਿੰਦੇ ਫਰੀਦਾ ਜਿਤ ਤਨ ਬਿਰਹਿ ਨਾ ਉਪਜੈ, ਸੋ ਤਨ ਜਾਨ ਵਸਾਨ। ਸੋ ਐਸਾ ਬੈਰਾਗ ਆਪਣੇ ਘਟ ਬੈਠੇ ਮਾਲਕ ਦੇ ਪ੍ਰਤੀ ਆਉਣਾ ਚਾਹੀਦਾ। ਜੇ ਐਸਾ ਬੈਰਾਗ ਨਾ ਕਰੇ, ਮਹਾਰਾਜ ਕਹਿੰਦੇ ਹੈ ਤੀਜੇ ਪਾਤਸ਼ਾਹ ਕਹਿੰਦੇ ਹੋਰ ਬਿਰਹਿ ਸਭ ਤਾਤ ਹੈ, ਜਬ ਲਗ ਸਾਹਿਬ ਪ੍ਰੀਤ ਨਾ ਹੋਏ, ਇਹ ਮਨ ਮਾਇਆ ਮੋਇਆ ਵੇਖਣ ਸੁਣਨ ਨਾ ਹੋਏ, ਸਹਿ ਦੇਖੇ ਬਿਨ ਪ੍ਰੀਤ ਨਾ ਉਪਜੈ, ਅੰਧਾ ਕਿਆ ਕਰੇ, ਨਾਨਕ ਜਿਨ ਅੱਖੀ ਲੀਤੀਆਂ, ਨਾਨਕ ਜਿਨ ਅੱਖੀ ਲੀਤੀਆਂ ਸੋਈ ਸੱਚਾ ਦੇ। ਸੋ ਸੱਚੇ ਪਾਤਸ਼ਾਹ ਕਹਿੰਦੇ ਹਨ ਭਾਈ ਘਟ ਬੈਠੇ ਰੱਬ ਦਾ ਬੈਰਾਗ ਜਿਹਦੇ ਮਨ ਵਿੱਚ ਨਹੀਂ ਆਇਆ, ਮਹਾਰਾਜ ਕਹਿੰਦੇ ਭਾਈ ਉਹ ਸਭ ਬੇਕਾਰ ਹੈ। ਮਹਾਰਾਜ ਕਹਿੰਦੇ ਉਹਨਾਂ ਨੂੰ ਸਮਝੋ ਘਟ ਬੈਠੇ ਰੱਬ ਦੀ ਪ੍ਰੀਤੀ ਨਹੀਂ ਆਈ, ਜੇ ਸੰਸਾਰ ਦੇ ਖਿਆਲਾਂ ਵਿੱਚ ਹੀ ਪ੍ਰੀਤੀ ਜੁੜੀ ਰਹੀ। ਕਹਿੰਦੇ ਰੋਵੋ ਬਿਰਹਿ ਤਨ ਕਾ, ਆਪਣਾ ਸਾਹਿਬ ਸੰਭਾਲ ਲਿਆ। ਆਹ ਸ਼ਬਦ ਦੇ ਦਰਸ਼ਨ ਪਾਓ ਨਾਲ ਦੀ ਨਾਲ। ਮਹਾਰਾਜ ਕਹਿੰਦੇ ਭਾਈ ਰੋਵੋ ਬਿਰਹਿ ਤਨ ਕਾ, ਆਪਣਾ ਸਾਹਿਬ ਸੰਭਾਲ ਲਿਆ। ਜਿੱਥੇ ਮਮੇ ਥੱਲੇ ਥੋੜਾ ਅਧਿਕ ਲੱਗਿਆ ਨਹੀਂ, ਇੱਥੇ ਦਬਾ ਕੇ ਬੋਲਣਾ ਹਾਹੇ ਵਾਂਗੂ, ਸੰਭਾਲ ਲਿਆ। ਸੋ ਮਹਾਰਾਜ ਕਹਿੰਦੇ ਹਨ ਭਾਈ ਸਾਹਿਬ ਸੰਭਾਲ ਲੈ, ਪੰਥ ਨਿਹਾਲੈ, ਅਸਾਂ ਪੇ ਉੱਥੇ ਜਾਣਾ। ਘਟ ਬੈਠਾ ਮਾਲਕ ਆਪਾਂ ਨੂੰ ਫਿਰ ਸੰਭਾਲਦਾ। ਇਹਨਾਂ ਨੂੰ ਸਾਹਿਬ ਕਰਕੇ ਗੰਨਾ, ਇਹ ਸਾਡੇ ਸਾਹਿਬ ਨੇ, ਮਾਲਕ ਨੇ, ਇਹ ਕੰਤ ਦਾ ਘਰ ਹੈ। ਕਹਿੰਦੇ ਐਸੇ ਪੰਥ ਨੂੰ, ਐਸੇ ਰਾਸਤੇ ਨੂੰ ਕਹਿੰਦੇ ਨਿਹਾਲਣਾ ਕਰੋ, ਵੇਖਣਾ ਕਰੋ। ਕਹਿੰਦੇ ਬਿਨਾਂ ਵਿਚਾਰ ਕੀਤੇ, ਬਿਨਾਂ ਬੁੱਝਿਆ ਇਹ ਰਸਤਾ ਵੇਖਿਆ ਨਹੀਂ ਜਾ ਸਕਦਾ। ਇਹ ਤਿੰਨ ਚੀਜ਼ਾਂ ਯਾਦ ਰੱਖਣਾ, ਵਿਚਾਰ ਕਰਨਾ, ਬੁੱਝਣਾ ਤੇ ਦਰਸ਼ਨ ਪਾਉਣੇ, ਵੇਖਣਾ। ਸੋ ਇਹ ਤਿੰਨ ਚੀਜ਼ਾਂ ਉੱਤੇ ਸਾਰੀ ਇਹ ਵਿਆਖਿਆ ਗੁਰਬਾਣੀ ਦੀ ਟਿਕੀ ਹੋਈ ਹੈ ਕਿ ਭਾਈ ਬਾਣੀ ਦੀ ਵਿਚਾਰ ਕਰਨੀ, ਫਿਰ ਉਹਨੂੰ ਬੁੱਝਣਾ, ਰੀਅਲਾਈਜ਼ ਕਰਨਾ, ਫਿਰ ਦਰਸ਼ਨ ਪਾਉਣੇ। ਕਹਿੰਦੇ ਨਿਹਾਲਣਾ, ਕਹਿੰਦੇ ਐਸੇ ਪੰਥ ਨੂੰ ਨਿਹਾਲੋ, ਕਿਉਂਕਿ ਸਾਰਿਆਂ ਨੇ ਐਸੇ ਰੱਬ ਦੇ ਘਰ ਜਾਣਾ ਹੈ, ਸਭ ਨੇ ਰੱਬ ਨਾਲ ਮਿਲਣਾ ਹੈ। ਮਹਾਰਾਜ ਕਹਿੰਦੇ ਸਭਨਾ ਸਹੁਰੇ ਵੰਜਣਾ, ਸਭ ਮੁਕਲਾ ਬਨਹਾਰ। ਕਹਿੰਦੇ ਅਸਾਂ ਭੇ ਉੱਥੇ ਜਾਣਾ, ਨੇ ਉਸ ਮਾਲਕ ਦੇ ਘਰ ਜਾਣਾ ਹੈ। ਭਾਈ ਇਸ ਐਸੇ ਮਾਲਕ ਨੂੰ ਸੰਭਾਲਣਾ ਕਰੋ। ਯਾਦ ਰੱਖੋ ਜਿਸ ਕਾ ਕੀਆ ਤਿਨ ਹੀ ਲੀਆ, ਹੋਆ ਤਿਸੈ ਕਾ ਭਾਣਾ। ਕਹਿੰਦੇ ਜੈਸੇ ਮਾਲਕ ਨੇ ਸਾਨੂੰ ਜਨਮ ਦਿੱਤਾ ਹੈ ਤੇ ਉਹ ਸਾਨੂੰ ਸੱਦ ਵੀ ਸਕਦਾ, ਜਿਹਨੇ ਭੇਜਿਆ ਉਹਨੇ ਆਪਾਂ ਨੂੰ ਸੱਦਣਾ ਵੀ ਹੈ, ਉਹਨੇ ਬੁਲਾਉਣਾ ਵੀ ਹੈ। ਇਹ ਮਨ ਵਿੱਚ ਖਿਆਲ ਕਿਉਂ ਨਹੀਂ ਸਾਡੇ ਮਨ 'ਚ ਆਉਂਦਾ? ਧਿਆਨ ਰੱਖੋ, ਸਾਡੇ ਮਨ ਨੂੰ ਇਹ ਗੱਲ ਸਮਝ ਆਉਣੀ ਚਾਹੀਦੀ ਹੈ ਕਿ ਰੱਬ ਨੇ ਜੇ ਸਾਨੂੰ ਭੇਜਿਆ ਤੇ ਸਾਨੂੰ ਉਸ ਨੇ ਸੱਦਣਾ ਵੀ ਹੈ, ਸਾਨੂੰ ਉਸ ਨੇ ਬੁਲਾ ਵੀ ਲੈਣਾ। ਸੋ ਜੀਵਨ ਦੇ ਵਿੱਚ ਰੱਬ ਨੇ ਬਿਨਾਂ ਪੁੱਛਿਆ ਲੈ ਜਾਣਾ, ਬਿਨਾਂ ਪੁੱਛਿਆ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹਨ ਭਾਈ ਯਾਦ ਰੱਖਿਓ, ਉਹ ਮਾਲਕ ਕਿਸੇ ਨੂੰ ਪੁੱਛਦਾ ਨਹੀਂ ਹੈ। ਕਹਿੰਦੇ ਸਰਫੈ ਸਰਫੈ ਸਦਾ ਸਦਾ ਏਵੇਂ ਗਈ ਵਿਹਾਏ, ਨਾਨਕ ਕਿਸ ਨੂੰ ਆਖੀਏ ਬਿਨ ਪੁੱਛਿਆ ਹੀ ਲੈ ਜਾਏ। ਉਹ ਪੁੱਛਦਾ ਨਹੀਂ ਹੈ ਫਿਰ, ਹੈ ਨਾ। ਐਸਾ ਵੀ ਇੱਕ ਸ਼ਬਦ ਹੈ, ਕਹਿੰਦੇ ਪੁੱਛ ਨਾ ਸਾਜੇ ਪੁੱਛ ਨਾ ਢਾਹੇ। ਕਹਿੰਦੇ ਪੁੱਛ ਕੇ ਨਾ ਉਹਨੇ ਸਾਜਿਆ ਤੇ ਨਾ ਉਹਨੇ ਸਾਨੂੰ ਪੁੱਛ ਕੇ ਸਾਨੂੰ ਲੈ ਕੇ ਜਾਣਾ। ਧਿਆਨ ਰੱਖਣਾ। ਸੋ ਜੀਵਨ ਦੇ ਵਿੱਚ ਐਸੀ ਅਵਸਥਾ ਆਪਣੇ ਮਨ ਨੂੰ ਸਮਝਾਉਣਾ। ਗੁਰੂ ਨਾਨਕ ਪਾਤਸ਼ਾਹ ਦਾ ਇੱਕ ਸ਼ਬਦ ਹੈ, ਕਹਿੰਦੇ ਮਰਨ ਨਾ ਮੂਰਤ ਪੁੱਛਿਆ, ਪੁੱਛੀ ਥਿਤ ਨਾ ਵਾਰ। ਇੱਕ ਨਹੀਂ ਲੱਦਿਆ ਇੱਕ ਲੱਦ ਚਲੇ, ਇੱਕ ਨਹੀਂ ਬੱਧੈ ਪਾਰ।
ਸੋ ਮਹਾਰਾਜ ਕਹਿੰਦੇ ਭਾਈ ਉਹਨੇ ਕਿਸੇ ਨੂੰ ਪੁੱਛਣਾ ਨਹੀਂ ਹੈ, ਸਭ ਨੂੰ ਲੈ ਜਾਣਾ ਹੈ। ਕਹਿੰਦੇ ਇੱਕ ਨਾ ਹੋਈ ਸਾਖਤੀ, ਇੱਕ ਨਾ ਹੋਈ ਸਾਰ, ਲਸ਼ਕਰ ਸਨੈ ਦਮਾਮਿਆ, ਛੁੱਟੇ ਬੰਕ ਦਵਾਰ, ਨਾਨਕ ਢੇਰੀ ਛਾਰ ਕੀ ਭੀ। ਫਿਰ ਹੋਈ ਛਾਰ। ਕਹਿੰਦੇ ਇਹ ਜਿਹੜੀ ਸੰਸਾਰ ਦੇ ਵਿੱਚ ਆਪਣੇ ਸਰੀਰ ਦੀ ਢੇਰੀ ਬਣਾਈ ਹੈ ਨਾ ਰੱਬ ਨੇ, ਇੱਕ ਦਿਨ ਖਤਮ ਹੋ ਜਾਣੀ ਹੈ, ਇੱਕ ਮਿਟ ਜਾਣਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਹਿੰਦੇ ਭਾਈ ਜਿਸ ਕਾ ਕੀਆ ਤਿਨ ਹੀ ਲਿਆ, ਹੋਆ ਤਿਸੇ ਕਾ ਭਾਣਾ। ਕਹਿੰਦੇ ਰੱਬ ਦਾ ਭਾਣਾ ਫਿਰ ਜੈਸਾ ਹੈ ਉਸ ਤਰ੍ਹਾਂ ਵਰਤਣਾ ਹੈ, ਇਹਨੂੰ ਕੋਈ ਰੋਕ ਨਹੀਂ ਸਕਦਾ। ਸੋ ਇਹਨੂੰ ਅਟੱਲ ਜਾਣੋ, ਰੱਬ ਦੇ ਵਿੱਚ ਸਮਾਉਣਾ, ਸਰੀਰ ਨੂੰ ਛੱਡ ਕੇ ਚਲੇ ਜਾਣਾ। ਜੇ ਰੱਬ ਦੇ ਵਿੱਚ ਸਮਾਇਆ ਨਹੀਂ ਤਾਂ ਵੀ ਸਰੀਰ ਛੁੱਟ ਜਾਣਾ ਹੈ, ਯਾਦ ਰੱਖਣਾ, ਸਰੀਰ ਨਹੀਂ ਰਹਿਣਾ। ਸੋ ਇਹ ਰੱਬ ਦਾ ਇੱਕ ਭਾਣਾ ਮਹਾਰਾਜ ਸਾਨੂੰ ਦੱਸ ਰਹੇ ਨੇ ਕਿ ਜਿਹਨੇ ਸਾਨੂੰ ਸਾਜਿਆ, ਜਿਹਦੇ ਆਪਾਂ ਸਾਜੇ ਹੋਏ ਹਾਂ, ਉਹਨੇ ਆਪਾਂ ਨੂੰ ਸੱਦਾ ਦੇ ਦੇਣਾ, ਸਾਨੂੰ ਲੈ ਜਾਣਾ। ਸੋ ਮਹਾਰਾਜ ਕਹਿੰਦੇ ਹਨ ਭਾਈ ਰੱਬ ਦਾ ਭਾਣਾ ਵਰਤਣਾ ਹੈ। ਕਹਿੰਦੇ ਹੋਆ ਤਿਸੇ ਕਾ ਭਾਣਾ। ਕਹਿੰਦੇ ਜੋ ਤਿਨ ਕਰ ਪਾਇਆ ਸੋ ਆਗਾ ਆਇਆ, ਅਸੀਂ ਕਿ ਹੁਕਮ ਕਰਿਆ। ਜੋ ਆਪਾਂ ਨੇ ਕੀਤਾ ਹੈ ਉਹ ਆਪਣੇ ਅੱਗੇ ਆਉਣਾ। ਜੋ ਜੋ ਆਪਾਂ ਨੇ ਕੰਮ ਕੀਤੇ ਹੋਏ ਨੇ, ਜੈਸੇ ਆਪਣੇ ਜੀਵਨ 'ਚ ਆਪਾਂ ਨੇ ਕੀਤੇ ਨੇ, ਰੱਬ ਨੂੰ ਧੋਖਾ ਨਹੀਂ ਦੇ ਸਕਦੇ, ਯਾਦ ਰੱਖਣਾ, ਉਹ ਆਪਣੇ ਮੂਹਰੇ ਆ ਜਾਣੇ। ਮਹਾਰਾਜ ਕਹਿੰਦੇ ਅਸੀਂ ਕਿ ਹੁਕਮ ਕਰਿਆ। ਐਸੇ ਰੱਬ ਨੂੰ ਆਪਾਂ ਕੋਈ ਹੁਕਮ ਥੋੜ੍ਹੀ ਕਰ ਸਕਦੇ। ਜਿਹੜੇ ਰੱਬ ਨੇ ਸਾਨੂੰ ਐਸੇ ਖੇਲ ਵਿੱਚ ਲਾਇਆ ਹੋਇਆ, ਐਸਾ ਇੱਕ ਖੇਲ ਦੱਸਿਆ ਹੋਇਆ ਕਿ ਇੱਥੇ ਜਿਹੜਾ ਬੰਦਾ ਸਹੀ ਤਰੀਕੇ ਨਾਲ ਖੇਡਦਾ ਹੈ, ਮਹਾਰਾਜ ਦੀ ਬਾਣੀ ਨੂੰ ਸਮਝ ਕੇ ਨਿਯਮਾਂ ਅਨੁਸਾਰ ਜੀਵਨ ਦਾ ਖੇਲ ਖੇਲ ਲੈਂਦਾ, ਕਹਿੰਦੇ ਭਾਈ ਉਹ ਫਿਰ ਰੱਬ ਦੇ ਭਾਣੇ ਵਿੱਚ ਰਹਿੰਦਾ, ਉਹ ਰੱਬ ਨੂੰ ਫਿਰ ਹੁਕਮ ਨਹੀਂ ਕਰਦਾ। ਤੇ ਜਿਹੜੇ ਬੰਦੇ ਰੱਬ ਦੇ ਖੇਲ ਨੂੰ ਰੱਬ ਦੇ ਅਨੁਸਾਰ ਨਹੀਂ ਖੇਲਦੇ, ਉਹ ਫਿਰ ਰੱਬ ਅੱਗੇ ਹੁਕਮ ਕਰਨ ਦੀ ਕੋਸ਼ਿਸ਼ ਕਰਦੇ ਨੇ, ਹਨ, ਰੱਬ ਨੂੰ ਫਿਰ ਦੱਸਣ ਦੀ ਕੋਸ਼ਿਸ਼ ਕਰਦੇ ਨੇ। ਅਸਲ ਤਾਂ ਆਪਾਂ ਨੇ ਰੱਬ ਤੋਂ ਜੀਵਨ ਦੇ ਵਿੱਚ ਹੁਕਮ ਲੈਣਾ, ਤੇ ਅਸੀਂ ਕੀ ਕਰਦੇ ਹਾਂ, ਜਿਸ ਵੇਲੇ ਗਿਆਨ ਨਹੀਂ ਹੁੰਦਾ ਅਸੀਂ ਰੱਬ ਨੂੰ ਹੁਕਮ ਦੇਣ ਲੱਗੇ। ਮਹਾਰਾਜ ਕਹਿੰਦੇ ਰੱਬ ਅੱਗੇ ਹੁਕਮ ਨਹੀਂ ਚੱਲਦਾ। ਸੋ ਮਹਾਰਾਜ ਕਹਿੰਦੇ ਜੋ ਤੈਨ ਕਰ ਪਾਇਆ, ਬੰਦੇ ਨੇ ਜੋ ਕਰ ਪਾਇਆ ਹੁਣ ਥਾਈ, ਸੋ ਆਗਾ ਆਇਆ, ਉਹਦੇ ਅੱਗੇ ਆਉਣਾ ਆਉਣਾ। ਕਹਿੰਦੇ ਅਸੇ ਕਿ ਹੁਕਮ ਕਰਿਆ। ਕਹਿੰਦੇ ਆਵੋ ਮਿਲੋ ਸਹੇਲੀਓ, ਸਚੜਾ ਨਾਮ ਲਿਆ। ਕਹਿੰਦੇ ਜੀਵਨ ਦੇ ਵਿੱਚ ਐ ਸਹੇਲੀਓ ਮਿਲਣਾ ਕਰੋ, ਇਕੱਠੇ ਹੋਵੋ, ਐ ਮੇਰੇ ਮਨ ਦੇ ਗਿਆਨ ਇੰਦਰੇ ਤੇ ਕਰਮ ਇੰਦਰਿਓ ਇਕੱਤਰਤ ਹੋਵੋ। ਮਹਾਰਾਜ ਕਹਿੰਦੇ ਭਾਈ ਸੱਚੇ ਤਰੀਕੇ ਨਾਲ ਘੱਟ ਬੈਠੇ ਰੱਬ ਦਾ ਨਾਮ ਲੈਣਾ ਸਿੱਖੋ, ਉਹਦਾ ਜ਼ਿਕਰ ਕਰਨਾ ਸਿੱਖੋ। ਤਾਂ ਹੀ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਇਹ ਸ਼ਰੀਰਾ ਮੇਰਿਆ ਇਸ ਜਗ में आए कै क्या तुद कर्म कमाया। क्या कर्म कमाया तुद शरीरा ਜਾਂ ਤੂੰ ਜਗ में आया, जिन हर तेरा रचन रचिया सो हर मन ना वसाया। ਕਹਿੰਦੇ ਉਸ ਘੱਟ ਬੈਠੇ ਰੱਬ ਨੂੰ ਆਪਣੇ ਮਨ 'ਚ ਵਸਾਉਣਾ। ਸਰੀਰ ਵਿੱਚ ਆਉਂਦੇ ਆ, ਸਰੀਰ ਵਿੱਚ ਆਉਣ ਤੋਂ ਬਾਅਦ ਨੇਤਰਾਂ ਨੂੰ ਉਪਦੇਸ਼ ਦਿੱਤਾ, ਕੰਨਾਂ ਨੂੰ ਉਪਦੇਸ਼ ਦਿੱਤਾ, ਰਸਨਾ ਨੂੰ ਉਪਦੇਸ਼ ਦਿੱਤਾ, ਮਹਾਰਾਜ ਸਭ ਇੰਦਰੀਆਂ ਨੂੰ ਉਪਦੇਸ਼ ਦਿੱਤਾ ਹੋਇਆ ਹੈ ਨਾ। ਇਹ ਨੇਤਰੋ ਮੇਰੇ ਹਰ ਤੁਮੇ ਜੋ ਧਰੀ, ਹਰ ਵੀ ਨਵਰ ਨਾ ਦੇਖੋ ਕੋਈ, ਹਰ ਵੀ ਨਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਨਾ। ਆਏ ਕਹਿੰਦੇ ਤੁਸੀਂ ਘੱਟ ਬੈਠੇ ਮੇਰੇ ਇੰਦਰਿਓ, ਕਹਿੰਦੇ ਘੱਟ ਬੈਠੇ ਮਾਲਕ ਦਾ ਨਾਮ ਸੰਭਾਲ ਕੇ ਰੱਖੋ, ਉਹਦਾ ਜ਼ਿਕਰ ਕਰਿਆ ਕਰੋ, ਆਪਣੇ ਆਪ ਨੂੰ ਜਨਾਉਣ ਦੀ ਕੋਸ਼ਿਸ਼ ਨਾ ਕਰੋ। ਐਸਾ ਸਹੇਲੀਆਂ ਨੂੰ ਉਪਦੇਸ਼ ਦਿੱਤਾ, ਇੰਦਰੀਆਂ ਨੂੰ ਉਪਦੇਸ਼ ਦਿੱਤਾ ਹੈ ਮੇਰੇ ਮਾਲਕ ਨੇ। ਸੋ ਘੱਟ ਬੈਠੇ ਮਾਲਕ ਨੇ ਐਸੇ ਮਨ ਨੂੰ ਮਿੱਤਰ ਵੀ ਕਿਹਾ, ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ, ਹੈ ਨਾ। ਆਪਣੇ ਮਨ ਨੂੰ ਮਿੱਤਰ ਵੀ ਕਿਹਾ, ਇੰਦਰੀਆਂ ਨੂੰ ਸਖੀ ਸਹੇਲੀ ਵੀ ਕਿਹਾ। ਸੋ ਇਵੇਂ ਜ਼ਿਕਰ ਜਦੋਂ ਆਪਾਂ ਬਾਹਰਲੇ ਪਾਸੇ ਵੀ ਉਪਦੇਸ਼ ਸੁਣਦੇ ਹਾਂ, ਸਰਵਣ ਕਰਦੇ ਹਾਂ ਮਹਾਰਾਜ ਦਾ, ਇਹ ਹੀ ਪ੍ਰੋਜੈਕਸ਼ਨ ਫਿਰ ਬਾਹਰ ਗੁਰਮੁਖਾਂ ਦੇ ਉੱਤੇ, ਯਾਨੀ ਜਿਹੜੇ ਗੁਰੂ ਦੇ ਗੁਰ ਵੱਲ ਮੁਖ ਰੱਖ ਕੇ ਚੱਲਣ ਦਾ ਪਿਆਰ ਰੱਖਦੇ ਨੇ, ਹਨ, ਇਹਨਾਂ ਗੁਰਸਿੱਖਾਂ ਨੂੰ ਵੀ ਮਹਾਰਾਜ ਨੇ ਸਖੀ ਸਹੇਲੀ ਦਾ ਸ਼ਬਦ ਜ਼ਿਕਰ ਕੀਤਾ। ਐਸਾ ਵੀ ਜ਼ਿਕਰ ਆਪ ਜੀ ਨੂੰ ਪਹਿਲਾਂ ਸ਼ਬਦਾਂ ਰਾਹੀਂ ਦਰਸ਼ਨਾ ਕੀਤਾ। ਸੋ ਆਏ ਮਹਾਰਾਜ ਦੋਨੋਂ ਪਾਸੇ ਸ਼ਬਦ ਬੋਲਦੇ ਨੇ। ਸੋ ਆਓ ਅਗਲੇ ਪੜਾਅ ਦੇ ਉੱਤੇ ਮਹਾਰਾਜ ਸਾਨੂੰ ਕੀ ਕਹਿੰਦੇ ਹਨ। ਕਹਿੰਦੇ ਮਰਨ ਨਾ ਮੰਦਾ ਲੋਕਾਂ ਆਖੀਐ, ਜੇ ਮਰ ਜਾਣੈ ਐਸਾ ਕੋਏ। ਜਿਹੜਾ ਕੋਈ ਐਸਾ ਮਰਨਾ ਜਾਣ ਲਵੇ, ਐਸਾ ਜਿਹੜਾ ਦੱਸ ਰਹੇ ਨੇ ਮਹਾਰਾਜ, ਜਿਹੜਾ ਸਮਝਾ ਰਹੇ ਨੇ, ਕਹਿੰਦੇ ਫਿਰ ਇਹ ਲੋਕੋ ਮਰਨ ਨੂੰ ਮੰਦਾ ਨਾ ਆਖੀਏ, ਮਰਨ ਨੂੰ, ਸਰੀਰ ਨੂੰ ਛੱਡ ਜਾਣ ਨੂੰ ਕਹਿੰਦੇ ਬੁਰਾ ਨਾ ਆਖੋ, ਬੁਰਾ ਨਾ ਸਮਝੋ। ਸੋ ਜੀਵਨ ਵਿੱਚ ਦੋਨੋਂ ਗੱਲਾਂ ਮਹਾਰਾਜ ਨੇ ਸਮਝਾਉਣੀਆਂ ਕੀਤੀਆਂ। ਜਿਹੜਾ ਗੁਰਬਾਣੀ ਰਾਹੀਂ ਘੱਟ ਬੈਠੇ ਮਾਲਕ ਦਾ ਮਿਲਣਾ, ਉੱਥੇ ਮਨ ਦਾ ਮਰਨਾ। ਜਿਹੜਾ ਬੰਦਾ
ਇਸ ਸੰਸਾਰ ਵਿੱਚ ਆਇਆ ਸਰੀਰ ਦੇ ਵਿੱਚ, ਕਹਿੰਦੇ ਉਸਨੇ ਵੀ ਸਰੀਰ ਤਿਆਗਣਾ ਹੈ ਜਿਹੜਾ ਰੱਬ ਨਾਲ ਮਿਲਿਆ। ਤੇ ਜਿਹੜਾ ਬੰਦਾ ਰੱਬ ਨਾਲ ਮਿਲਣ ਵਾਸਤੇ ਆਪਣੇ ਸਰੀਰ ਵਿੱਚ ਆਇਆ ਪਰ ਮਿਲਿਆ ਨਹੀਂ, ਸੰਸਾਰ ਨੂੰ ਹੀ ਮਿਲਦਾ ਰਿਹਾ, ਕਹਿੰਦੇ ਉਹਨੇ ਵੀ ਸਰੀਰ ਛੱਡ ਕੇ ਚਲਿਆ ਜਾਣਾ ਹੈ। ਕਹਿੰਦੇ ਭਾਈ ਇਹ ਖੇਲ ਹੈ ਰੱਬ ਦਾ, ਕਹਿੰਦੇ ਇਸ ਖੇਲ ਨੂੰ ਸਮਝੋ ਤੇ ਜੀਵਨ ਸਹੀ ਤਰੀਕੇ ਨਾਲ ਜਿਹੜਾ ਖੇਲਦਾ ਹੈ, ਫਿਰ ਉਹ ਬੰਦਾ ਸਰੀਰ ਦੇ ਜਾਣ ਦਾ ਵੈਰਾਗ ਨਹੀਂ ਕਰਦਾ, ਸਰੀਰ ਦੇ ਚਲੇ ਜਾਣ ਦਾ ਰੋਣਾ ਨਹੀਂ ਮਨ ਵਿੱਚ ਲੈ ਕੇ ਆਉਂਦਾ। ਕਹਿੰਦੇ ਭਾਈ ਰੱਬ ਨੂੰ ਨਾ ਮਿਲਣ ਦਾ ਰੋਣਾ ਮਨ 'ਚ ਰਹਿੰਦਾ ਕਿ ਮੈਂ ਰੱਬ ਨੂੰ ਕਿਉਂ ਨਹੀਂ ਮਿਲ ਪਾਇਆ। ਮੰਦਾ ਨਾ ਆਖੋ, ਕਹਿੰਦੇ ਜਿਹੜਾ ਕੋਈ ਐਸਾ ਮਰ ਜਾਣ ਲਵੇ, ਐਸਾ ਮਰਨਾ ਜਾਣ ਲਵੇ, ਉਹ ਫਿਰ ਮੰਦਾ ਨਹੀਂ ਆਖਦਾ। ਉਹ ਨਹੀਂ ਕਹਿੰਦਾ ਕਿ ਮਹਾਰਾਜ ਆਹ ਕੀ ਕਰਤਾ, ਆਹ ਕਿਉਂ ਮਰ ਗਿਆ, ਇਹ ਕਿਉਂ ਚਲਾ ਗਿਆ ਸੰਸਾਰ, ਮਹਾਰਾਜ ਹਾਲੇ ਮੈਂ ਮਰਨਾ ਨਹੀਂ, ਹਾਲੇ ਮਹਾਰਾਜ ਮੈਨੂੰ ਰਹਿਣਾ ਹੈ। ਉਹ ਫਿਰ ਐਸੀਆਂ ਗੱਲਾਂ ਨਹੀਂ ਆਖਦਾ। ਕਹਿੰਦੇ ਮਰਨ ਨਾ ਮੰਦਾ ਆਖੀਐ, ਮਹਾਰਾਜ ਕਹਿੰਦੇ ਮਰਨ ਨਾ ਮੰਦਾ ਲੋਕਾਂ ਆਖੀਐ, ਜੇ ਮਰ ਜਾਣੇ ਐਸਾ ਕੋਏ। ਸੱਚੇ ਪਾਤਸ਼ਾਹ ਕਹਿੰਦੇ ਹਨ ਭਾਈ ਪੰਥ ਸੁਹੇਲਾ ਜਾਵੋ ਤਾਂ ਫਲ ਪਾਵੋ। ਕਹਿੰਦੇ ਜੀਵਨ ਵਿੱਚ ਇੱਕ ਖਿਆਲ ਕਰਨਾ ਮਨ ਵਿੱਚ। ਮਹਾਰਾਜ ਕਹਿੰਦੇ ਇੱਕ ਸ਼ਬਦ ਵਿੱਚ ਰਹਿ ਗਿਆ, ਪੰਕਤੀ ਵਿੱਚ ਰਹਿ ਗਈ, ਕਹਿੰਦੇ ਸੇਵੋ ਸਾਹਿਬ ਸਮਰਥ ਆਪਣਾ ਪੰਥ ਸੁਹੇਲਾ ਆਗੈ ਹੋਏ। ਕਹਿੰਦੇ ਜਿਹੜਾ ਆਪਣੇ ਸਾਹਿਬ ਨੂੰ ਸੇਵਦਾ, ਇਹ ਗੱਲ ਦੇ ਉੱਤੇ ਫਿਰ ਜ਼ੋਰ ਦੇਣਾ। ਕਹਿੰਦੇ ਭਾਈ ਘੱਟ ਬੈਠੇ ਰੱਬ ਨੂੰ ਜੀਵਨ ਵਿੱਚ ਯਾਦ ਰੱਖਣਾ ਜਦੋਂ ਆਪਾਂ ਕਿਸੇ ਦਾ ਵੀ ਕੋਈ ਕੰਮ ਕਰ ਰਹੇ ਹਾਂ, ਯਾਨੀ ਸੇਵਾ ਕਰ ਰਹੇ, ਜਦੋਂ ਆਪਾਂ ਕਿਸੇ ਦੀ ਸੇਵਾ ਕਰਦੇ ਹਾਂ ਤੇ ਘੱਟ ਬੈਠੇ ਰੱਬ ਦੀ ਜ਼ਿਕਰ ਕਰਨਾ ਕਿ ਮਾਲਕ ਤੂੰ ਕਰਾ ਰਿਹਾ, ਤੇਰਾ ਕੀਤਾ ਹੋ ਰਿਹਾ। ਐਸਾ ਜਿਸ ਵੇਲੇ ਆਪਾਂ ਆਪਣੇ ਵੀ ਜ਼ਿਕਰ ਕਰਦੇ ਹਾਂ, ਫਿਰ ਐਸਾ ਜ਼ਿਕਰ ਆਪਣੇ ਅੰਦਰ ਸਾਈਮਲਟੇਨੀਅਸਲੀ ਉਸ ਦੇ ਖਿਆਲ ਦੇ ਨਾਲ ਨਾਲ ਹੀ ਜੋ ਆਪਣੇ ਅੰਦਰ ਆਪਾਂ ਕਰਦੇ ਨੇ, ਉਸ ਤਰ੍ਹਾਂ ਫਿਰ ਬਾਹਰ ਵੀ ਕੋਈ ਕਿਸੇ ਦੀ ਮਦਦ ਕਰਦਾ ਹੁੰਦਾ ਤੇ ਫਿਰ ਆਪਾਂ ਉਸੇ ਰੱਬ ਦਾ ਜ਼ਿਕਰ ਕਰਦੇ ਹਾਂ ਉਸ ਬੰਦੇ ਵਿੱਚੋਂ ਕਿ ਮਾਲਕ ਤੂੰ ਆਪੇ ਕਰਾ ਰਿਹਾ, ਤੂੰ ਉਹਨਾਂ ਤੋਂ ਆਪੇ ਸੇਵਾ ਕਰਾਈ, ਤੂੰ ਉਹਨਾਂ ਵਿੱਚੋਂ ਆਪ ਕਰਨ ਵਾਲਾ ਸੀ। ਜਦੋਂ ਵੀ ਫਿਰ ਕੋਈ ਆਪਣੀ ਮਦਦ ਕਰਦਾ ਹੈ, ਫਿਰ ਉਹਦੇ ਵਿੱਚੋਂ ਆਪਾਂ ਨੂੰ ਰੱਬ ਦਿਖਦਾ ਹੈ ਭਾਈ, ਆਪਾਂ ਫਿਰ ਰੱਬ ਦਾ ਜ਼ਿਕਰ ਕਰਨ ਲੱਗ ਜਾਂਦੇ ਹਾਂ। ਕਹਿੰਦੇ ਭਾਈ ਐਸਾ ਸਾਹਿਬ ਨੂੰ ਸੇਵਨਾ ਕਰੋ, ਸਮਰੱਥ ਹੈ ਇਹ ਹੀ ਕਰਨ ਵਾਲਾ ਹੈ ਤੇ ਕਰਾਉਣ ਵਾਲਾ ਹੈ। ਬੰਦਾ ਨਹੀਂ ਕਰ ਸਕਦਾ, ਨਾ ਬੰਦਾ ਕਿਸੇ ਤੋਂ ਕਰਾ ਸਕਦਾ। ਕਹਿੰਦੇ ਰੱਬ ਹੀ ਕਰਦਾ ਤੇ ਰੱਬ ਹੀ ਕਰਾਉਂਦਾ, ਐਸਾ ਸਮਰੱਥ ਜਾਣੋ। ਇਹ ਰਾਸਤਾ ਜਿਹੜਾ ਹੈ ਨਾ, ਇਹ ਸੁਹੇਲਾ। ਕਹਿੰਦੇ ਇਹ ਜੀਵਨ ਦਾ ਰਾਸਤਾ ਪੰਥ ਸੁਹੇਲਾ ਆਗੈ ਹੋਏ। ਫਿਰ ਆਪਣਾ ਜਿਹੜਾ ਰਾਸਤਾ ਜੀਵਨ ਦਾ ਸੁਹੇਲਾ ਅੱਗੇ ਜੀਵਨ ਦੇ ਵਿੱਚ ਹੋ ਜਾਂਦਾ ਹੈ, ਜੀਵਨ ਦੇ ਵਿੱਚ ਆਪਣਾ ਰਾਸਤਾ ਸਹੀ ਬਣਨ ਲੱਗ ਜਾਂਦਾ ਹੈ। ਨਹੀਂ ਤਾਂ ਬੰਦਾ ਪੁੱਠੇ ਰਾਸਤੇ ਤੁਰ ਪੈਂਦਾ, ਮਾਇਕ ਰਾਸਤੇ ਤੇ ਤੁਰ ਪੈਂਦਾ। ਹਰ ਇਸ ਮਾਇਆ ਦੇ ਵਿੱਚ ਰੱਬ ਨੂੰ ਦੇਖਣਾ, ਹਰ ਸਰੀਰ ਦੇ ਵਿੱਚ ਰੱਬ ਨੂੰ ਦੇਖਣਾ। ਇਹ ਸਰੀਰ ਵੀ ਮਾਇਆ, ਇਹ ਸਰੀਰ ਮਾਇਆ ਦਾ ਪੁਤਲਾ। ਕਹਿੰਦੇ ਜਿਵੇਂ ਸੰਸਾਰ ਨੂੰ ਆਪਾਂ ਮਾਇਆ ਕਹਿੰਦੇ ਆ, ਸਾਰੇ ਸੰਸਾਰ ਵਿੱਚ ਰੱਬ ਵਰਤਦਾ ਹੈ ਤੇ ਆਪਾਂ ਵੀ ਤਾਂ ਸਰੀਰ ਦੇ ਵਿੱਚ ਆਪਣੇ ਵੀ ਤਾਂ ਰੱਬ ਵਰਤਦਾ ਹੈ। ਸੋ ਮਹਾਰਾਜ ਕਹਿੰਦੇ ਭਾਈ ਐਸਾ ਜੀਵਨ ਵਿੱਚ ਆਪਣਾ ਫਿਰ ਅਗਲਾ ਜਿਹੜਾ ਰਸਤਾ ਹੈ ਨਾ, ਅੱਗੇ ਆਉਣ ਵਾਲਾ ਜਿਹੜਾ ਆਪਾਂ ਜਿਸ ਰਾਸਤੇ ਦੇ ਆਪਾਂ ਨੇ ਲੰਘਣਾ ਹੈ ਸਮਝਦੇ ਹਾਂ, ਕਹਿੰਦੇ ਫਿਰ ਉਹਨਾਂ ਦਾ ਸੁਹੇਲਾ ਹੋ ਜਾਂਦਾ ਹੈ। ਜੀਵਨ ਵਿੱਚ ਉਹਨਾਂ ਦਾ ਹਾਲ ਕਹਿੰਦੇ ਸੁਖੀ ਹੁੰਦਾ ਹੈ, ਕਹਿੰਦੇ ਬਹੁਤ ਵਧੀਆ ਰਹਿੰਦਾ ਹੈ। ਨਹੀਂ ਤਾਂ ਬਹੁਤ ਦੁਖੀ ਹੁੰਦੇ ਨੇ, ਦੁਹੇਲੇ ਰਹਿੰਦੇ ਨੇ, ਯਾਨੀ ਘੱਟ ਬੈਠੇ ਰੱਬ ਤੋਂ ਦੂਰ ਰਹਿੰਦੇ ਨੇ, ਦੁਖੀ ਰਹਿੰਦੇ ਨੇ। ਸੋ ਸੱਚੇ ਪਾਤਸ਼ਾਹ ਕਹਿੰਦੇ ਹਨ ਭਾਈ ਪੰਥ ਸੁਹੇਲਾ ਜਾਵੋ ਤਾਂ ਫਲ ਪਾਵੋ, ਆਗੇ ਮਿਲੇ ਵਡਾਈ। ਕਹਿੰਦੇ ਸਿੱਧੇ ਰਾਸਤੇ ਤੇ ਤੁਰਨਾ ਕਰੋ, ਪੰਥ ਸੁਹੇਲੇ ਰਾਸਤੇ ਤੇ ਜਾਣਾ ਕਰੋ। ਦੁਖੀ ਰਾਸਤੇ ਤੇ ਕਿਉਂ ਤੁਰਦੇ ਆ, ਨਹੀਂ ਤੁਰਨਾ ਚਾਹੀਦਾ ਸਾਨੂੰ। ਮਹਾਰਾਜ ਕਹਿੰਦੇ ਭਾਈ ਐਸੇ ਰਾਸਤੇ ਤੇ ਨਾ ਤੁਰੋ ਜਿਹਦੇ ਨਾਲ ਫਿਰ ਆਪਾਂ ਵੀ ਦੁਖੀ ਹੋਵਾਂਗੇ, ਬਾਅਦ ਚ ਦੂਜੇ ਨੂੰ ਵੀ ਦੁਖੀ ਕਰਾਂਗੇ। ਮਹਾਰਾਜ ਕਹਿੰਦੇ ਐਸੇ ਰਾਸਤੇ ਤੇ ਆਪਣੇ ਅੰਦਰ ਉਸ ਪਾਰ ਰੱਬ ਦੇ ਘਰ ਦੇ ਰਾਸਤੇ ਦੇ ਅੰਦਰ ਤੁਰੋ। ਪੰਥ ਨੂੰ ਦੇਖੋ ਸਿਹਾਰੀ ਲੱਗੀ ਹੈ, ਕਹਿੰਦੇ ਉਸ ਰਾਸਤੇ ਤੇ, ਉਸ ਪੰਥ ਤੇ, ਉਸ ਰਾਸਤੇ ਤੇ ਤੁਰੋ ਜਿਹੜਾ ਆਪਣੇ ਅੰਦਰ ਸੁਹੇਲਾ ਹੈ, ਇਹ ਤੇ ਜਾਣਾ ਕਰੋ। ਪੰਥ ਸੁਹੇਲਾ ਜਾਵੋ ਤਾਂ ਫਲ ਪਾਵੋ, ਤਾਂ ਐਸਾ ਫਲ ਪ੍ਰਾਪਤ ਹੁੰਦਾ ਹੈ ਜਿਹਦੇ ਨਾਲ ਜੀਵਨ ਦੇ ਅੱਗੇ ਆਪਾਂ ਨੂੰ ਵਡਿਆਈ ਮਿਲਦੀ ਹੈ। ਆਗੇ ਮਿਲੇ ਵਡਾਈ, ਕਹਿੰਦੇ ਆਗੇ ਯਾਨੀ ਇਮੀਡੀਏਟ, ਇੱਕ ਤਾਂ ਮੂਹਰੇ ਹੁੰਦਾ ਉਹਨੂੰ ਅੱਗੇ ਕਹਾਂਗੇ, ਹੈ ਨਾ, ਇਮੀਡੀਏਟ ਆਪਣੇ ਜਿਹੜਾ ਸਾਹਮਣੇ ਹੈ ਅੱਗੇ। ਇੱਕ ਆਪਣੇ ਅੱਗੇ ਜਦੋਂ ਤੱਕ ਆਪਾਂ ਨੇ ਸੰਸਾਰ ਤੇ ਰਹਿਣਾ ਉਹਨੂੰ ਫਿਰ ਦੁਲਾਵਾਂ ਲਾ ਕੇ ਬੋਲਾਂਗੇ ਆਗੇ, ਹੈ ਨਾ। ਜਿਹੜਾ ਵੀ ਅੱਗੇ ਜੀਵਨ 'ਚ ਸਮੇਂ ਆਉਣਾ ਤੇ ਫਿਰ ਆਪਾਂ ਨੂੰ ਵਡਾਈ ਮਿਲਣੀ ਹੈ, ਜੀਵਨ ਦੇ ਵਿੱਚ ਆਪਾਂ ਨੂੰ ਐਪਰੀਸ਼ੀਏਸ਼ਨ ਮਿਲਣੀ ਹੈ, ਜੀਵਨ ਦੀ ਗਤ ਮਿਲਣੀ ਹੈ ਆਪਾਂ ਨੂੰ। ਸੋ ਮਹਾਰਾਜ ਕਹਿੰਦੇ ਆਗੇ ਮਿਲੇ ਵਡਾਈ ਭੇਟੈ ਸਿਉ ਜਾਵੋ,
सच समावो तां पत लेखै पाई, इस भेट नाल चलना करो। ਇਹ ਰੱਬ ਦੀ ਆਫਰਿੰਗ ਲੈ ਕੇ ਤੁਰੋ। ਜੇ ਤੁਸੀਂ ਕੁਝ ਲੈ ਕੇ ਰੱਬ ਨੂੰ ਅਰਪਣ ਕਰਨ ਜਾਣਾ, ਆਪਾਂ ਕੀ ਕਰਦੇ ਹਾਂ, ਪੈਸੇ ਅਰਪਣ ਕਰਦੇ ਹਾਂ, ਹੋਰ ਚੀਜ਼ਾਂ ਅਰਪਣ ਕਰਦੇ ਹਾਂ ਰੱਬ ਨੂੰ। ਮਹਾਰਾਜ ਕਹਿੰਦੇ ਆਪ ਅਰਪਣ ਕਰ ਦਿਓ। ਕਹਿੰਦੇ ਜੇ ਗੁਰੂ ਜੀ ਅੱਗੇ ਕੋਈ ਅਰਪਣ ਕਰਨਾ ਹੈ, ਕਹਿੰਦੇ ਐਸੀ ਵਸਤਾ ਅਰਪਣ ਕਰੋ ਜੋ ਜਿਵੇਂ ਗੁਰੂ ਜੀ ਆਪਾਂ ਨੂੰ ਸਮਝਾਉਂਦੇ ਨੇ। ਆਹ ਸਭ ਤੋਂ ਵੱਡੀ ਭੇਟ ਹੈ। ਕਹਿੰਦੇ ਇਸ ਭੇਟਾਂ ਨਾਲ ਤੁਰੋ, ਇਹ ਭੇਟਾ ਲੈ ਕੇ ਤੁਰੋ। ਜਦੋਂ ਅੱਗੇ ਤੁਸੀਂ ਸੰਸਾਰ ਵਿੱਚ ਤੁਰਨਾ ਹੈ, ਜੇ ਕੋਈ ਵੀ ਤੁਸੀਂ ਭੇਟਾ ਲੈ ਕੇ ਜਾਣੀ ਹੈ ਗੁਰੂ ਅੱਗੇ, ਮਹਾਰਾਜ ਕਹਿੰਦੇ ਭਾਈ ਬਾਕੀ ਤਾਂ ਸੰਸਾਰਿਕ ਭੇਟਾਵਾਂ ਨੇ, ਉਹ ਤਾਂ ਸੰਸਾਰ ਦੇ ਵਾਸਤੇ ਕੰਮ ਆਉਂਦੀਆਂ ਨੇ। ਕਹਿੰਦੇ ਆਹ ਭੇਟਾ ਲੈ ਕੇ ਮੱਥਾ ਟੇਕੋ ਮਹਾਰਾਜ, ਕਿ ਮੇਰੇ ਗੁਰੂ ਨੇ ਆਹ ਰਾਸਤਾ ਦਿੱਤਾ ਹੈ, ਅੱਜ ਇੱਥੋਂ ਸੰਸਾਰ ਨੇ ਸਭ ਨੇ ਚਲੇ ਜਾਣਾ, ਵਰਨਾ ਤੂੰ ਵੀ ਚਲਿਆ ਜਾਣਾ ਹੈ। ਕਹਿੰਦੇ ਐਸੇ ਰਾਸਤੇ ਤੇ ਤੂੰ ਤੁਰਨਾ ਕਰ, ਆਹ ਭੇਟਾ ਲੈ ਕੇ ਤੁਰ। ਕਹਿੰਦੇ ਫਿਰ ਸੱਚ ਸਮਾਵ, ਫਿਰ ਟਰੁੱਥ ਵਿੱਚ, ਸੱਚ ਵਿੱਚ ਕਹਿੰਦੇ ਸਮਾਉਣਾ ਕਰੇਗਾ, ਤੇ ਫਿਰ ਕਹਿੰਦੇ ਤਾਂ ਪਤ ਲੇਖੈ ਪਾਈ, ਤਾਂ ਜੀਵਨ ਵਿੱਚ ਤੇਰਾ ਖਾਧਾ ਪੀਤਾ, ਕਹਿੰਦੇ ਭਾਈ ਜਿਹੜਾ ਜਿਹਨੂੰ ਕਹਿੰਦੇ ਨਾ ਪਤ ਨਾਲ ਜਿਹੜਾ ਬੰਦਾ ਜਿਉਂਦਾ ਉਹਦਾ ਖਾਧਾ ਪੀਤਾ ਕਹਿੰਦੇ ਸਫਲਾ ਹੋ ਜਾਂਦਾ, ਨਹੀਂ ਤਾਂ ਖਾਧਾ ਪੀਤਾ ਹਰਾਮ ਹੈ। ਮਹਾਰਾਜ ਕਹਿੰਦੇ ਹਨ ਭਾਈ, ਕਹਿੰਦੇ ਐਸੀ ਅਵਸਥਾ, ਕਹਿੰਦੇ ਜਿੰਨਾ ਮਰਜ਼ੀ ਬੰਦਾ ਖਾ ਪੀ ਲਵੇ, ਪਰ ਉਹਦੀ ਪਤ ਲੈ ਜਾਏ ਨਾ, ਫਿਰ ਕਹਿੰਦੇ ਭਾਈ ਤੇਰੇ ਖਾਣਾ ਪੀਣ ਦਾ ਕੀ ਅਸਰ ਹੋਇਆ, ਕੀ ਕਾਹਨੂੰ ਖਾਣਾ ਪੀਣਾ, ਕਿਉਂ ਪੈਦਾ ਹੋਇਆ, ਕਿਉਂ ਜਨਮ ਲਿਆ। ਸੋ ਮਹਾਰਾਜ ਕਹਿੰਦੇ ਹਨ ਭਾਈ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ, ਜੇਤਾ ਕਿਛ ਖਾਏ, ਜਿਵੇਂ ਆਪਾਂ ਸ਼ਬਦ ਵਰਤਦੇ ਹਾਂ ਨਾ। ਮਹਾਰਾਜ ਕਹਿੰਦੇ ਫਿਰ ਐਸੀ ਅਵਸਥਾ ਸਿੱਖ ਦੀ ਖਾਣ ਪੀਣ ਦੀ ਵੀ ਚੰਗੀ ਸੁਧਰ ਰਹਿੰਦੀ ਹੈ, ਕਿਉਂਕਿ ਪਤ ਨਾਲ ਜਾਂਦਾ ਹੈ, ਪਤ ਉਹਦੇ ਲੇਖਾ ਪੈਂਦੀ ਹੈ। ਇੱਕ ਹੁੰਦਾ ਲੇਖੇ, ਇੱਕ ਹੁੰਦਾ ਲੇਖਾ ਹੈ ਨਾ। ਯਾਨੀ ਫਿਰ ਜਦੋਂ ਇਸ ਰਾਸਤੇ 'ਤੇ ਚੱਲਦਾ, ਫਿਰ ਉਹਨੂੰ ਜੋ ਵੀ ਮਿਲਦਾ ਹੈ, ਯਾਨੀ ਜੋ ਉਹਦੇ ਲੇਖੇ ਪੈਂਦਾ ਹੈ, ਤੇ ਕਹਿੰਦੇ ਜੋ ਵੀ ਮਿਲਦਾ ਫਿਰ ਉੱਥੇ ਲੇਖਾ ਹੈ ਕਹਾਂਗੇ, ਦਲਾਵਾਂ ਲਾ ਕੇ ਬੋਲਾਂ, ਕਹਿੰਦੇ ਉੱਥੇ ਫਿਰ ਉਹਦੀ ਲੇਖਾ ਇਹ ਐਸੀ ਪਤ ਪੈਂਦੀ ਹੈ, ਉਹ ਪਤ ਛੇਤੀ ਆਪਣੇ ਘਰ ਜਾਂਦਾ ਹੈ। ਜਿਹਨੂੰ ਕਹਿੰਦੇ ਨਾ ਭਾਈ, ਇਹ ਐਸੀ ਅਵਸਥਾ ਜਿਹਨੂੰ ਪ੍ਰਾਪਤ ਹੋ ਜਾਏ ਆਪਣੇ ਅੰਦਰ ਘੱਟ ਬੈਠੇ ਮਾਲਕ ਦੀ, ਫਿਰ ਅਸੀਂ ਇਹਨੂੰ ਕਹਿੰਦੇ ਪਾਤਸ਼ਾਹ ਜੀ, ਜਿਸ ਨੂੰ ਬਖਸ਼ੇ ਸਿਰਫ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਹੈ ਨਾ। ਸੋ ਆਹ ਜਿਹੜਾ ਘੱਟ ਬੈਠੇ ਮਾਲਕ ਨਾਲ ਫਿਰ ਜੁੜਦੀ ਅਵਸਥਾ ਅੱਗੇ ਜ਼ਿਕਰ ਹੋਣਾ ਹੈ। ਸੋ ਪਤ ਨਾਲ ਆਪਣੇ ਜੀਵਨ 'ਚ ਬਤੀਤ ਕਰਨਾ ਆਪਣੇ ਜੀਵਨ ਨੂੰ ਭਾਈ, ਉਹਦੇ ਪਤ ਲੇਖਾ ਪੈਂਦੀ ਹੈ ਜਦੋਂ ਵੀ ਜੀਵਨ 'ਚ ਕਿਤੇ ਵੀ ਮੂਵ ਕਰਦਾ ਹੈ। ਸੋ ਸੱਚੇ ਪਾਤਸ਼ਾਹ ਕਹਿੰਦੇ ਹਨ, ਮਹਿਲੀ ਜਾਏ ਪਾਵੋ ਖਸਮੈ ਭਾਵੋ, ਰੰਗ ਸਿਉ ਰਲੀਆਂ ਮਾਨੈ। ਕਹਿੰਦੇ ਜਿਹੜਾ ਪਤ ਛੇਤੀ ਕਹਿੰਦੇ ਭਾਈ ਉਹਦੇ ਲੇਖਾ ਪੈਂਦੀ ਹੈ, ਪਤ ਪੈਂਦੀ ਹੈ, ਲੇਖਾ, ਕਹਿੰਦੇ ਫਿਰ ਉਹ ਰੱਬ ਦੇ ਮਹਿਲ ਵਿੱਚ ਜਾਂਦਾ ਹੈ, ਰੱਬ ਦੇ ਘਰ ਵਿੱਚ ਪਹੁੰਚਦਾ ਅੰਦਰ। ਉਹਦਾ ਮਨ ਫਿਰ ਘੱਟ ਬੈਠੇ ਰੱਬ ਨਾਲ ਜੁੜਿਆ ਰਹਿੰਦਾ ਹੈ, ਉਹਦੇ ਮਨ ਦੇ ਵਿੱਚ ਘੱਟ ਬੈਠੇ ਰੱਬ ਦਾ ਜ਼ਿਕਰ ਰਹਿੰਦਾ ਹੈ, ਉਸ ਘਰ ਦੇ ਵਿੱਚ ਉਹਦਾ ਮਨ ਫਿਰ ਟਿਕਿਆ ਰਹਿੰਦਾ। ਕਹਿੰਦੇ ਖਸਮੈ ਭਾਵੋ, ਫਿਰ ਆਪਣੇ ਖਸਮ ਨੂੰ ਭਾਉਂਦਾ ਹੈ। ਇਹ ਜੀਵ, ਇਹ ਮਨ ਨੂੰ ਆਪਾਂ ਜੀਵ ਕਹਿ ਰਹੇ ਹਾਂ, ਧਿਆਨ ਰੱਖਣਾ, ਇਹ ਮਨ ਰੱਬ ਨੂੰ ਫਿਰ ਭਾਉਂਦਾ ਅੰਦਰ, ਤਾਂ ਟਿਕਦਾ ਮਨ, ਨੇ ਤਾਂ ਟਿਕਦਾ ਨਹੀਂ ਹੈ ਭਾਈ। ਸੋ ਮਹਾਰਾਜ ਕਹਿੰਦੇ ਖਸਮੈ ਭਾਵੋ ਰੰਗ ਸਿਉ ਰਲੀਆਂ ਮਾਨੈ, ਫਿਰ ਘੱਟ ਬੈਠੇ ਮਾਲਕ ਨਾਲ ਜੈਸੇ ਮਾਲਕ ਦਾ ਰੰਗ ਹੁੰਦਾ, ਫਿਰ ਅਸੀਂ ਰਲੀਆਂ ਇਹ ਮਾਨਦਾ। ਯਾਨੀ ਫਿਰ ਉਸ ਅਵਸਥਾ ਦੇ ਵਿੱਚ ਪਤਾ ਲੱਗਦਾ ਕਿ ਇਹ ਬੰਦਾ ਨਹੀਂ ਕਰ ਰਿਹਾ, ਰੱਬ ਕਰ ਰਿਹਾ। ਐਸੇ ਰੱਬ ਵਰਗੀ ਅਵਸਥਾ, ਰੱਬ ਜੈਸਾ ਰੰਗ ਚੜ ਜਾਂਦਾ। ਫਿਰ ਕਹਿੰਦੇ ਭਾਈ ਇਹਦਾ ਮਨ ਖੁਦ ਗਵਾਹੀ ਭਰਦਾ, ਆਪਣਾ ਮਨ, ਸਭ ਦਾ ਮਨ ਵਿਟਨੈਸ ਹੋਵੇਗਾ, ਆਪਣੇ ਮਨ ਨੂੰ ਦਰਸ਼ਨ ਹੋਣਗੇ, ਆਪਣੇ ਮਨ ਨੂੰ ਪਤਾ ਲੱਗੇਗਾ ਕਿ ਇਹ ਆਪਾਂ ਨਹੀਂ ਕਰ ਸਕਦੇ ਸੀ, ਇਹ ਆਪਣਾ ਕੀਤਾ ਨਹੀਂ ਹੈ, ਇਹ ਰੱਬ ਦਾ ਕੀਤਾ ਹੈ, ਇਹ ਰੱਬ ਹੀ ਕਰ ਸਕਦਾ ਹੈ। ਐਸਾ ਆਪਣੇ ਮਨ ਨੂੰ ਫਿਰ ਵਿਟਨੈਸ ਭਰਦਾ, ਹਮ ਹੀ ਭਰਦਾ ਹੁੰਦਾ। ਕਹਿੰਦੇ ਐਸਾ ਜੀਵਨ ਵਿੱਚ ਘੱਟ ਬੈਠੇ ਮਾਲਕ ਦੀਆਂ ਕਹਿੰਦੇ ਰੰਗ ਦੀਆਂ ਰਲੀਆਂ ਮਾਣਦਾ ਹੈ। ਕਹਿੰਦੇ ਭਾਈ ਮਹਿਲੀ ਜਾਏ ਪਾਵੋ ਖਸਮੈ ਭਾਵੋ, ਕਹਿੰਦੇ ਰੰਗ ਸਿਉ ਰਲੀਆਂ ਮਾਨੈ, ਮਰਨ ਨ ਮੰਦਾ ਲੋਕਾਂ ਆਖੀਐ, ਜੇ ਕੋਈ ਮਰ ਜਾਣੇ। ਹੁਣ ਇੱਥੇ ਜੇ ਕੋਈ ਐਸਾ ਮਰ ਜਾਣ ਲਵੇ, ਹੈ ਨਾ। ਦੇਖੋ ਪਹਿਲਾਂ ਸ਼ਬਦ ਵਿੱਚ ਕਿਵੇਂ ਲਿਖਿਆ ਮਹਾਰਾਜ ਨੇ ਕਿਹਾ ਭਾਈ ਮਰਨ ਨ ਮੰਦਾ ਲੋਕਾਂ ਆਖੀਏ, ਜੇ ਮਰ ਜਾਣਾ ਐਸਾ ਕੋਈ, ਪਹਿਲਾ ਸ਼ਬਦ ਵਿੱਚ ਐਸਾ ਲਾਈਨ ਇੱਥੋਂ ਸ਼ੁਰੂ ਹੋਈ ਸੀ, ਹੈ ਨਾ। ਅਖੀਰ ਵਿੱਚ ਦੇਖੋ ਮਹਾਰਾਜ ਕੀ ਕਹਿ ਰਹੇ ਨੇ, ਕਹਿੰਦੇ ਮਰਨ ਨ ਮੰਦਾ ਲੋਕਾਂ ਆਖੀਏ, ਜੇ ਕੋਈ ਮਰ ਜਾਣਾ, ਜੇ ਕੋਈ ਐਸਾ ਮਰ ਜਾਣਨਾ ਸਿੱਖ ਜੇ, ਐਸਾ ਕੋਈ ਮਰਨ ਦੀ ਅਵਸਥਾ ਨੂੰ ਜਾਣ ਲਵੇ, ਸਮਝ ਲਵੇ। ਸੋ ਐਸਾ ਮਰਨ ਦੀ ਅਵਸਥਾ ਨੂੰ ਸਮਝਣਾ ਕਰੋ ਭਾਈ। ਕਹਿੰਦੇ ਮਰਨ ਨਾ ਮੰਦਾ, ਫਿਰ ਉਹਨੂੰ ਫਿਰ ਜੀਵਨ ਵਿੱਚ ਐਸਾ ਮਰਨ ਦਾ ਅਵਸਥਾ, ਫਿਰ ਉਹਨੂੰ ਮੰਦਾ ਆਖਣ ਨੂੰ ਚਿਤ ਨਹੀਂ ਕਰੇਗਾ ਕਿ ਕਿਉਂ ਮਰ ਗਿਆ ਜੀ, ਕਿਉਂ ਮਰਦਾ ਜੀ, ਰੱਬ ਬਣਾਉਂਦਾ ਤੇ ਕਿਉਂ ਮਾਰਦਾ ਜੀ, ਐਸੇ ਪ੍ਰਸ਼ਨ ਪਾਉਣੇ ਆਪਾਂ। ਮਹਾਰਾਜ ਕਹਿੰਦੇ ਐਸੇ ਪ੍ਰਸ਼ਨ ਫਿਰ ਨਹੀਂ ਉੱਠਦੇ, ਫਿਰ ਉਹ ਜੀਵਨ ਵਿੱਚ ਐਸੇ ਮਰਨ ਨੂੰ, ਸੰਸਾਰ 'ਚ ਸਰੀਰ ਨੂੰ ਛੱਡਣ ਨੂੰ, ਮਰਨਾ ਉਹਨੂੰ ਬੰਦਾ ਨਹੀਂ ਕਹਿੰਦਾ, ਇਹ ਕਿਉਂ ਬੁਰਾ ਕਾ ਹੋ ਗਿਆ, ਬੁਰਾ ਕਿਉਂ ਹੋ ਗਿਆ, ਆਏ ਨਹੀਂ ਕਹਿਣਾ। ਸੋ ਖਿਆਲ ਕਰਨਾ, ਜੇ ਰੱਬ ਕਿਸੇ ਨੂੰ ਲੈ ਜਾਏ ਤਾਂ ਵੀ ਉਹਦਾ ਸ਼ੁਕਰ ਮਨਾਉਣਾ,
वो भी रब की किरपा है ना। जे रब ने तुहानूं बचाता वो भी रब की किरपा है ना। पर असीं की करते हैं, जे तो बच गए तो कहना बड़ी किरपा हो गई जी है ना, महाराज ने बड़ी किरपा कर दी है ना। जे किते मर जाते फिर ना शब्द वरतते आपां, पर उस वेले भी वरतना। जे किते मर भी जाते ना आपां, एक्सीडेंट हो गए मर जे बंदा, होर किवें मर जे है ना, शरीर तो छड्डदा है ना बंदा, कहने बड़ी किरपा हो, ये निकलता नहीं पर मूँहों है ना, रसना तो आउंदा नहीं बाहर। महाराज कहते जिहड़ा ऐसी बाणी नूं समझदा है वो फिर मरना चेते रखता है। जे कोई मर जाता तो कहना जी मालिक ने बड़ी किरपा की है ना, जे बच जे तो मालिक ने बड़ी किरपा की। सो वो किरपा का जिहड़ा वजन है ना, स्वरूप है, वो आपां नूं नहीं पता है। आपां नूं तो सिर्फ इतना पता है गुरबाणी अनुसार कि जे शरीर छड्ड के कोई भी चला जाए तां भी रब ने ते किरपा की है ना। ऐसा भी हुंदा है जिहड़ा बंदा बच जे आपां उहनूं तां कहने किरपा करती जी है ना, जिहड़ा बंदा मर जे असीं कहने ना जी तो बहुत माड़ा होया, आपां नहीं कह सकते किरपा करती है। पर ख्याल करो जिहड़ा बंदा रब ने किसी नूं बचा लिया होवे पर वो फिर बाद च रोगी होके मरे, हाय हाय करदा जावे, फिर काहदी औखा औखा हो के मरूगा है ना। फिर आप कहने जे तो चंगा सी पहले ही मर जांदा सी, चंगा सी। सो सच्चे पातशाह दा इस अवस्था नूं खेल नूं जाणो। आपां नूं दोनों तरफ दे उत्ते दी किरपा समझनी पैनी है, मन नूं समझाउणा पैना है। जे शरीर छड़ जाए, एक्सीडेंट होकर भी मर जाए, हाँ होर किसी तरीके नाल मर जाए, किसी भी प्रकार नाल मर जाए शरीर, कहना जी रब ने बड़ी किरपा की, किरपा दा भाना है, उहनूं कोई रोक नहीं सकदा। सो सतगुरु सच्चे पातशाह कहंदे जे रुक गया तो उहनूं सुख दे नाल उहनूं तकलीफ विच दी कढना है ना, ये भी फिर रब दा ही भाना वरतना अगे याद रखना। सो रब दी किरपा दोनों पासे है। कहंदे भाई ऐसे जीवन विच जिहड़ा कोई मरना जान लवे, कहंदे फिर वो माड़ा नहीं आखदा, कहंदे मरण ना मंदा लोकां आखी है, फिर बुरा नहीं आखदे जे कोई मर जाना है, जे कोई इस तरह मरना जान लवे। सो महाराज मरण मुनसा सूर्या हक है, जे होए मरण परवानो। ध्यान रखो पहला ला सूर्या हक है, हक का अर्थ समझ लो कि ਜਿਹੜੇ सूरवीर ने जिन्हों ने ऐसा भाना मान लिया, ਜਿਹੜੇ रब के भाने में आ गए वो सूरवीर ने। पहली गल तो जानो है ना, जाको हर रंग लागो इस युग में सो कही है सूरा है ना। जिन्होंने ऐसा जान लिया फिर तो कहते मरना तो हक है ना। जिवें आप कहते मेरा हक है जी, ये हक नहीं कोई मेथों लै सकदा, वो फिर अपने मन च हक समझते नहीं, हक वो नहीं फिर उन्होंने मंदा नहीं आख सकते। हुण महाराज हुण इदों पहले देखो दो शब्द वरत रहे, कहते मरण मनसा सूर्या हक है। कहते मरना कहते दो प्रकार का स्वरूप दस रहे ने, एक तो संसार तो मर जाना, फिर दूजा मुनसा कहते मन दियां जिहड़ियां आसां ने है ना। आसा तो मनसा जिन्हों आप कहने आसा जिहड़े ख्याल करना फिर उस तरह ही मिल जाए, कहते मन वर्गियां जिवें मैं ख्याल किया उस तरह ही मिल गया जी है ना। कहते जीवन दियां फिर वो भी खत्म हो जाता है, कहते वह मन दियां आसां भी मिट जांदियां ने, वो जीवन सूरवीर ने। कहते फिर ऐसे सूरवीरां नूं मरना, उन्होंने मन दियां आसावां खत्म होनियां, कहते भाई ऐसे सूरवीरां दा कहते हक है, हक कहते मेरे मन दियां आसावां मनसावां खत्म हो जानियां चाहिदियां, मिट जानियां चाहिदियां, ये अपना हक है, हक आपां नूं मिलना चाहिए है, अपने मन दियां ये अवस्था खत्म होनियां चाहिए। कहते भाई ऐसे सूरवीर फिर इसनूं हक समझते हैं, ये साडा कहते भाई हक नहीं कोई लै सकदा, साडा हक है ना। ऐसी अवस्था उन्होंने होंदी है जे होए मरण परवानो, जिन्हों ने मरण नूं परवान लिया होवे। ध्यान रख सब तो बड़ी आ गल इत्थे समझो, किवें गल शुरू करते हैं महाराज, कहते हैं भाई जीवन दे विच मरण, जीवन दे विच इस दी गल नूं दोनों नूं समझना। कहते पहला मरण कबूल, जीवन की छड़ आस, मरण ते जीवन के दोनों पहलुआं नूं समझ लो पहला। कहते जे आप पैदा होए श्वास लिया तो पहला समझ लो कि मरना आप कबूल लीए, पहला जिउण की आस हाल छड़ दो, क्योंकि जिउना तो रब के हथ है, रब ने देना है। आप मरना अपने पल्ले पाई बैठे हैं कि आप नहीं मरते है ना। जे जो बच्चा पैदा होता ना तो हर उस वे जे मर जाए तो असीं खुश नहीं होंगे, उस वे असीं कहण लै जी पैदा करता रब ने फिर इहनूं क्यों मारता, क्यों मारता, ऐ करी जाने है ना। कई दिन तो यही गाउंदे रहने आप, ये नहीं मरना चाहिए सी, क्यों मरता। ये नहीं समझते कि ये सब लैना देना है संसार दे विच, ऐसा जिउना मरना रब का एक खेल है, ये नहीं समझते। पर जदों असीं
ਜੀਵਨ ਦੀ ਆਸ ਰੱਖਦੇ ਹਾਂ, ਫਿਰ ਮਰਨ ਤੋਂ ਆਪਾਂ ਡਰਦੇ ਹਾਂ। ਮਰਨੇ ਤੇ ਜਗਤ ਡਰੇ, ਜੀਵਿਆ ਲੋੜ ਹੈ ਸਭ ਕੋਈ, ਹਰ ਕੋਈ ਜਿਉਣਾ ਚਾਹੁੰਦਾ ਹੈ, ਮਰਨ ਤੋਂ ਤਾਂ ਭੱਜਦੇ ਹਾਂ ਆਪਾਂ। ਮਰਨ ਦੀ ਗੱਲ ਵੀ ਜੇ ਕਿਤੇ ਘਰ ਦੇ ਵਿੱਚ ਕੋਈ ਕਰਦਾ ਹੋਵੇ, ਅਸੀਂ ਕਹਿੰਦੇ ਉਹਨਾਂ ਨੂੰ ਸ਼ੁਭ ਸ਼ੁਭ ਬੋਲੋ ਜੀ, ਹੈ ਨਾ, ਆਹ ਨਾ ਗੱਲ ਬੋਲੋ, ਐਂ ਕਰਦੇ ਹੁੰਦੇ ਆਪਾਂ। ਅਸੀਂ ਉਹਨੂੰ ਮਨ ਖੁਸ਼ ਹੋ ਕੇ ਸੁਣਨ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਜਦੋਂ ਵੀ ਕਿਸੇ ਨਾਲ ਗੱਲ ਕਰਨੀ ਹੈ, ਮਰਨ ਤੋਂ ਸ਼ੁਰੂ ਕਰਿਆ ਕਰੋ ਕਿ ਭਾਈ ਤੂੰ ਜਿਉਂਦਾ ਹਾਲੇ, ਮਰਿਆ ਨਹੀਂ। ਤੇ ਕਹਿੰਦਾ ਭਾਈ ਮਾਲਕ ਦੀ ਹਰ ਇੱਕ, ਮਾਲਕ ਨੇ ਜਿਵੇਂ ਰੱਖਣਾ ਉਸ ਰੱਖੂਗਾ, ਹੈ ਨਾ। ਉਹ ਯਾਦ ਕਰਾਉਣਾ, ਮਰਨਾ ਯਾਦ ਕਰਾਉਣਾ। ਅਸੀਂ ਮਰਨਾ ਭੁਲਾ ਦਿੱਤਾ, ਹੈ ਨਾ, ਭੁੱਲ ਹੀ ਜਾਂਦੇ ਹਾਂ। ਕੋਈ ਗੱਲ ਕਰਨ ਦਾ, ਜ਼ਿਕਰ ਕਰਨ ਦਾ ਮਨ 'ਚ ਖਿਆਲ ਹੀ ਨਹੀਂ ਰੱਖਦੇ। ਕਰ ਲਵੇ ਤਾਂ ਉਹਨੂੰ ਬੁਰਾ ਸਮਝਦੇ ਹਾਂ ਅਸੀਂ। ਜਿਹੜਾ ਬਹੁਤ ਪਿਆਰਾ ਹੋਊਗਾ, ਤੁਹਾਡੇ ਨਾਲ ਬਹੁਤ ਪਿਆਰ ਕਰਦਾ ਹੋਊਗਾ, ਉਹ ਮਰਨ ਦੀ ਗੱਲ ਕਰੇਗਾ। ਮਹਾਰਾਜ ਕਹਿੰਦੇ ਪਹਿਲਾ ਮਰਨ ਕਬੂਲ, ਜੀਵਨ ਕੀ ਛਡਾਸ, ਉਹ ਸਭਨਾ ਕੀ ਰੇਣਕਾ ਤਾਂ ਆਓ ਹਮਾਰੇ ਪਾਸ। ਕਹਿੰਦੇ ਇੱਕ ਤਾਂ ਮਰਨਾ ਕਬੂਲੋ, ਜੀਵਨ ਦੀ ਆਸਾ ਛੱਡ ਦਿਓ ਤੇ ਸਭ ਦੇ ਚਰਨਾਂ ਦੀ ਧੂੜੀ ਹੋਵੋ, ਤਾਂ ਆਪਾਂ ਰੱਬ ਦੇ ਘਰ ਜਾਵਾਂਗੇ, ਤਾਂ ਰੱਬ ਦੇ ਘਰ ਆਪਣੀ ਪ੍ਰਵਾਨਗੀ ਹੋਣੀ ਹੈ। ਸੋ ਮਹਾਰਾਜ ਕਹਿੰਦੇ ਹਨ ਭਾਈ ਜਿਹੜਾ ਜੋ ਹੋਏ ਮਰਨ ਪਰਵਾਨੋ, ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਮਰਨ ਪਰਵਾਨਿਆ ਹੋਵੇ, ਪ੍ਰਵਾਨ ਲਵੇ, ਕਹਿੰਦੇ ਐਸੇ ਜੀਵਨ ਦੀ ਅਵਸਥਾ, ਕਹਿੰਦੇ ਉਹਨਾਂ ਦੇ ਮਰਨ ਦੀ ਤੇ ਮਨ ਦੀਆਂ ਸਾਰੀਆਂ ਆਸਾਂ ਦੀਆਂ, ਕਹਿੰਦੇ ਐਸੇ ਸੂਰਬੀਰ ਆਪਣਾ ਫਿਰ ਹੱਕ ਸਮਝਦੇ ਨੇ। ਹੱਕ, ਇਹ ਸਾਡਾ ਹੱਕ ਹੈ। ਕਹਿੰਦੇ ਜਿਨ੍ਹਾਂ ਨੇ ਮਰਨਾ ਪ੍ਰਵਾਨ ਲਿਆ ਹੋਵੇ ਆਪਣੇ ਅੰਦਰ, ਸੂਰੇ ਸੇ ਆਗੈ ਆਖੀਐ, ਦਰਗਹਿ ਪਾਵਹਿ ਸਾਚੀ ਮਾਨੋ, ਇਹ ਫਿਰ ਸੂਰਬੀਰ ਆਖੇ ਜਾਂਦੇ ਨੇ। ਇਹਨਾਂ ਨੂੰ ਸੂਰਬੀਰ ਕਹਿੰਦੇ ਨੇ ਭਾਈ। ਐਸੀ ਅਵਸਥਾ ਵਾਲੇ ਸਰੀਰ ਛੱਡਣ ਨੂੰ, ਆਪਣਾ ਸਰੀਰ ਤਿਆਗਣ ਨੂੰ, ਸ਼ਹੀਦੀਆਂ ਪਾਉਣ ਨੂੰ, ਕਹਿੰਦੇ ਭਾਈ ਪਿੱਛੇ ਨਹੀਂ ਹਟਦੇ, ਰੱਤੀ ਮਾਤਰ ਵੀ ਡਰਦੇ ਨਹੀਂ ਹਨ। ਧਿਆਨ ਰੱਖਣਾ, ਜਿਹੜਾ ਕੋਈ ਉਹਨਾਂ ਦੀ ਪੱਤ ਲਹਾਉਣ ਦੀ ਕੋਸ਼ਿਸ਼ ਕਰਦਾ ਹੁੰਦਾ, ਫਿਰ ਉਸ ਨੂੰ ਬਖਸ਼ਦੇ ਨਹੀਂ ਹਨ। ਐਸੇ ਗੁਰਸਿੱਖ ਸਨ। ਸਮਾਜ ਨੇ ਇਹ ਸਾਡੇ ਮਰਨ ਦੇ ਸਾਰੀ ਫਿਲਾਸਫੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਦੇਖੀ ਕਿਤੇ ਮਰ ਨਾ ਜਾਏ, ਹੈ ਨਾ, ਦੇਖੋ ਜੀ ਇਹਨੂੰ ਬਚਾਓ ਜੀ, ਐਂ ਖਿਆਲਾਂ 'ਚ ਆਪਣੇ ਜੀਵਨ ਨੂੰ ਸਾਡੇ ਸਮਾਜ ਨੇ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਇਸ ਗੱਲ ਨੂੰ ਵਧਾਉਣ ਦੀ ਕੋਸ਼ਿਸ਼ ਨਹੀਂ ਕੀਤੀ ਭਾਈ। ਮਰਨ ਦਾ ਸਬਕ ਪੜ੍ਹੋ, ਸਭ ਨੇ ਮਰਨਾ ਹੈ। ਜਿਉਣਾ ਤੇ ਜੀਵਨ 'ਚ ਪੱਤ ਛੇਤੀ ਜਿਉਣਾ, ਉਹ ਜਿਉਣਾ ਹੈ, ਉਹ ਸੂਰਬੀਰ ਨੇ। ਕਹਿੰਦੇ ਭਾਈ ਫਿਰ ਐਸੇ ਖੇਲ ਦੇ ਵਿੱਚ ਕਿਤੇ ਦੁਨੀਆ ਵਿਕਾਸ ਲੈਂਦੀ ਹੋਵੇ ਨਾ, ਫਿਰ ਕੋਈ ਬੰਦਾ ਕਿਸੇ ਦਾ ਮਾੜਾ ਨਾ ਕਰੇ, ਕੋਈ ਕਿਸੇ ਨੂੰ ਮਾਰੇ ਨਾ। ਧਿਆਨ ਰੱਖਣਾ, ਉਹਨਾਂ ਦੇ ਮਨ 'ਚ ਖਿਆਲ ਰਹਿੰਦਾ ਹੈ ਫਿਰ ਮਾਰੇ ਰਾਖੈ ਏਕੋ ਆਪ, ਮਾਨੁਖ ਕਹਿ ਕਿਛ ਨਾਹੀ ਹਾਥ, ਤਿਸਕਾ ਹੁਕਮ ਬੂਝ ਸੁਖ ਹੋਏ, ਤਿਸਕਾ ਨਾਮ ਰੱਖ ਕੰਠ ਪੁਰ। ਐਸੀ ਅਵਸਥਾ ਦੀ ਸਮਾਜ ਦੀ ਅਵਸਥਾ ਵੱਧਦੀ ਹੈ, ਉਹ ਸਮਾਜ ਦੀ ਅਵਸਥਾ ਖਤਮ ਕਰਤੀ। ਧਿਆਨ ਰੱਖਣਾ, ਬੰਦੇ ਇੱਕ ਦੂਜੇ ਨੂੰ ਮਾਰਨ ਲੱਗ ਗਏ, ਇੱਥੇ ਤੱਕ ਮਾਰਨ ਲੱਗ ਗਏ ਕਿ ਚੰਗਾ ਬੰਦਾ ਕਿਤੇ ਕੋਈ ਦੀਂਦਾ ਤੇ ਮਾੜੇ ਬੰਦੇ ਇਕੱਠੇ ਹੋ ਜਾਂਦੇ ਨੇ, ਸਾਰੇ ਇਕੱਠੇ ਹੋ ਕੇ ਚੰਗੇ ਬੰਦੇ ਨੂੰ ਮਾਰਨ ਨੂੰ ਫਿਰਦੇ। ਧਿਆਨ, ਐਸੀ ਸਮਾਜ ਦੀ ਅਵਸਥਾ ਬਣ ਗਈ ਹੈ। ਸੋ ਸੱਚੇ ਪਾਤਸ਼ਾਹ ਕਹਿੰਦੇ ਭਾਈ ਕਿਤੇ ਆਹ ਫਿਲਾਸਫੀ ਮਰਨ ਦੀ ਸਹੀ ਤਰੀਕੇ ਨਾਲ ਕਿਤੇ ਬੰਦਿਆਂ ਦੇ ਮਨ 'ਚ ਵਸੀ ਹੋਵੇ, ਫਿਰ ਕੋਈ ਬੰਦਾ ਕਿਸੇ ਨੂੰ ਨਾ ਮਾਰੇ। ਧਿਆਨ, ਕਿਸੇ ਨੂੰ ਨਾ ਮਾਰੇ। ਸੋ ਐਸੀ ਅਵਸਥਾ ਤੁਸੀਂ ਕਦੇ ਖਿਆਲ ਕਰੋ। ਲੋਕਾਂ ਦੇ ਵਿੱਚ, ਸਮਾਜ ਦੇ ਵਿੱਚ ਦੇਖੋ, ਇੱਕ ਡਿਫੈਂਸ ਬਣਿਆ ਹੋਇਆ, ਇੱਕ ਅਫੈਂਸ ਬਣਿਆ ਹੋਇਆ ਹੈ ਨਾ ਜੀਵਨ ਦੇ ਵਿੱਚ। ਉਹ ਕਹਿੰਦੇ ਜੀ ਕਿਹੜਾ ਬੰਦਾ ਅੱਛਾ ਡਿਫੈਂਸਿਵ ਬੰਦਾ, ਕਹਿੰਦੇ ਜਿਹੜਾ ਪਹਿਲਾਂ ਅਫੈਂਸਿਵ ਹੋ ਜਾਏ, ਜਿਹੜਾ ਪਹਿਲਾਂ ਅਫੈਂਸ ਕਰ ਜੇ, ਜਿਹੜਾ ਪਹਿਲਾਂ ਮਾਰ ਦੇ, ਕਹਿੰਦੇ ਉਹਦਾ ਬੰਦੇ ਦਾ ਸਹੀ ਡਿਫੈਂਸ ਮੰਨਿਆ ਜਾਂਦਾ। ਆਏ ਖਿਆਲ ਕਰਨ ਲੱਗ ਗਏ ਸੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹਨ ਭਾਈ ਇਸ ਗੱਲ ਤੱਕ ਪਹੁੰਚਣ ਤੋਂ ਪਹਿਲਾਂ ਆਪਣੇ ਮਨ ਨੂੰ ਉਸ ਧੁਰੇ ਤੱਕ ਲੈ ਕੇ ਆਓ ਕਿ ਜੀਵਨ ਵਿੱਚ ਪੱਤ ਛੇਤੀ ਸਭ ਨੇ ਜਿਉਣਾ ਹੈ। ਪਹਿਲਾਂ ਪੱਤ ਰੱਖਣ ਵਾਸਤੇ ਲੋਕ ਆਪਣੀਆਂ ਸ਼ਹੀਦੀਆਂ ਪਾ ਜਾਂਦੇ ਸਨ। ਧਿਆਨ ਰੱਖਣਾ, ਪੱਤ ਰੱਖਣ ਵਾਸਤੇ। ਸੋ ਜੀਵਨ ਦੀ ਐਸੀ ਅਵਸਥਾ ਸੀ, ਐਸੇ ਮਰਨ ਦੀ ਫਿਲਾਸਫੀ ਲੋਕਾਂ ਦੇ ਦਿਮਾਗ 'ਚ ਟਿਕੀ ਹੋਈ ਸੀ। ਸਮਾਜ ਮਰਨ ਨੂੰ ਰਾਜੀ ਹੋ ਜਾਂਦਾ ਸੀ। ਅੱਜ ਮਰਨ ਤੋਂ ਡਰਦੇ ਹਾਂ, ਮਰਨੇ ਤੇ ਜਗਤ ਡਰੇ, ਜੀਵਿਆ ਲੋੜ ਹੈ ਸਭ ਕੋਏ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹ ਸੂਰਬੀਰ ਉਹਨਾਂ ਨੂੰ ਆਖਿਆ ਜਾਂਦਾ, ਆਖਿਆ ਜਾਵੇਗਾ। ਕਹਿੰਦੇ ਭਾਈ ਜਿਨ੍ਹਾਂ ਦਾ ਜ਼ਿਕਰ ਹੁਣ ਮਹਾਰਾਜ ਨੇ ਕੀਤਾ ਹੈ, ਸੱਚੇ ਪਾਤਸ਼ਾਹ ਨੇ ਕਹਿੰਦੇ ਭਾਈ ਮਰਨ ਮਨਸਾ ਸੂਰਿਆ ਹੱਕ ਹੈ, ਜੋ ਹੋਏ ਮਰਨ ਪਰਵਾਨੋ, ਕਹਿੰਦੇ ਉਹ ਕਹਿੰਦੇ ਸੂਰੇ ਸੇ ਆਗੇ ਆਖੀਏ, ਇਹਨਾਂ ਨੂੰ ਸੂਰਬੀਰ ਆਗੇ ਜੀਵਨ ਦੇ ਸਮੇਂ ਵਿੱਚ, ਕਿਸੇ ਵੀ ਸਮੇਂ ਅੱਗੇ ਆਉਣ ਵਾਲੇ 'ਚ, ਕਹਿੰਦੇ ਉਹਨਾਂ ਨੂੰ ਐਸਿਆਂ ਨੂੰ ਸੂਰਬੀਰ ਆਖਿਆ ਜਾਂਦਾ ਹੈ। ਕਹਿੰਦੇ ਦਰਗਹਿ ਪਾਵਹਿ ਸਾਚੀ ਮਾਨੋ, ਕਹਿੰਦੇ ਜਿਸ ਵੀ ਦਰ ਤੇ ਫਿਰ ਪਹੁੰਚਦੇ ਨੇ, ਚਾਹੇ ਸੰਸਾਰ ਦੇ ਕਿਸੇ ਦੇ ਐਸੇ ਘਰ 'ਚ ਪਹੁੰਚਦੇ ਨੇ, ਸਮਾਜ ਦੇ, ਚਾਹੇ ਰੱਬ ਦੇ ਘਰ ਪਹੁੰਚਦੇ ਨੇ, ਕਹਿੰਦੇ ਭਾਈ ਕਹਿੰਦੇ ਉਹ ਉਹਨਾਂ ਦਾ ਜੀਵਨ ਸਤਿਕਾਰ ਹੁੰਦਾ ਹੈ। ਕਹਿੰਦੇ ਉਹਨੂੰ ਸੱਚੇ ਤਰੀਕੇ ਨਾਲ ਘੱਟ ਬੈਠੇ ਰੱਬ ਸਤਿਕਾਰ ਦਿੰਦਾ ਹੈ। ਕਹਿੰਦੇ ਦਰਗਹਿ ਪਾਵਹਿ ਸਾਚੀ ਮਾਨੋ, ਕਹਿੰਦੇ ਮਾਲਕ ਦੇ ਘਰ ਦੇ ਵਿੱਚ ਕਹਿੰਦੇ ਭਾਈ ਫਿਰ ਉਹਨਾਂ ਨੂੰ ਸਤਿਕਾਰ ਪ੍ਰਾਪਤ ਹੁੰਦਾ। ਸਤਿਕਾਰ ਸੰਸਾਰ ਵਿੱਚ ਵੀ ਸਤਿਕਾਰ ਮਿਲਦਾ ਹੈ,
ਸੋ ਸੱਚੇ ਪਾਤਸ਼ਾਹ ਇੱਥੇ ਹੈ ਕਹਿੰਦੇ ਹਨ ਭਾਈ, ਦਰਗਹਿ ਮਾਨ ਪਾਵਹਿ ਪਤ ਸਿਉ ਜਾਵਹਿ ਆਗੈ ਦੁਖ ਨਾ ਲਾਗੈ। ਕਹਿੰਦੇ ਫਿਰ ਦਰਗਾਹ ਦੇ ਵਿੱਚ ਜਿਸ ਵੀ ਦਰ ਤੇ ਜਾਉਂਦੇ ਗਾਇਂਦੇ ਨੇ, ਪਹੁੰਚਦੇ ਨੇ, ਕਹਿੰਦੇ ਉੱਥੇ ਮਾਨ ਪਾਵੈ, ਸਤਿਕਾਰ ਪ੍ਰਾਪਤ ਕਰਦੇ। ਕਹਿੰਦੇ ਪਤ ਸਿਉ ਜਾਵਹਿ, ਕਹਿੰਦੇ ਪਤ ਛੇਤੀ ਫਿਰ ਸੰਸਾਰ ਦੇ ਵਿੱਚੋਂ ਜਾਂਦੇ ਨੇ। ਪਤ ਛੇਤੀ ਸੀ ਕਹਿੰਦੇ ਭਾਈ ਇੱਜ਼ਤ ਪਤ ਨਾਲ ਮਰਿਆ ਹੈ, ਧਿਆਨ ਰੱਖਣਾ, ਇਹਨੇ ਆਪਦੀ ਇੱਜ਼ਤ ਪਤ ਨਹੀਂ ਗਵਾਈ। ਕਹਿੰਦੇ ਐਸੇ ਪਤ ਛੇਤੀ ਜਾਂਦੇ ਨੇ। ਕਹਿੰਦੇ ਫਿਰ ਆਗੈ ਦੁਖ ਨਾ ਲਾਗੈ, ਕਹਿੰਦੇ ਉਹਨਾਂ ਨੂੰ ਫਿਰ ਕਿਸੇ ਵੀ ਸਮੇਂ ਉਸ ਐਸੀ ਅਵਸਥਾ ਤੋਂ ਉਪਰੰਤ ਕਦੇ ਤਕਲੀਫ, ਕਿਸੇ ਵੀ ਪ੍ਰਕਾਰ ਦੀ ਤਕਲੀਫ, ਯਾਨੀ ਇੱਕ ਦੁੱਖ ਉੱਥੇ ਇੱਕ ਔਂਕੜ ਹੋਏਗਾ, ਜਿੱਥੇ ਸਾਰੇ ਦੁੱਖ, ਕਿਸੇ ਵੀ ਪ੍ਰਕਾਰ ਦੀ ਤਕਲੀਫ, ਉੱਥੇ ਫਿਰ ਦੁੱਖ ਸ਼ਬਦ ਵਰਤੇ, ਦੁੱਖ ਨਾ ਲਾਗੈ, ਉਹਨੂੰ ਕਦੇ ਵੀ ਦੁੱਖ ਨਹੀਂ ਲੱਗੇਗਾ। ਮਹਾਰਾਜ ਕਹਿੰਦੇ ਐਸੀ ਅਵਸਥਾ ਵਿੱਚ ਉਹਦੀ ਸੁਰਖਰੂ ਜੀਵਨ ਦੀ ਅਵਸਥਾ ਮੂਵ ਕਰਦੀ ਹੋਵੇਗੀ। ਕਹਿੰਦੇ ਕਰ ਏਕ ਧਿਆਵ ਹੈ ਤਾਂ ਫਲ ਪਾਵ ਹੈ ਜਿਤ ਸੇਵੀ ਹੈ ਭਾਉ ਭਾਗੈ। ਕਹਿੰਦੇ ਇੱਕ ਕਰਕੇ, ਜਦੋਂ ਵੀ ਕੋਈ ਕਰਮ ਕਰਦੇ ਨੇ ਜਾਂ ਕਿਸੇ ਦੀ ਹੈਲਪ ਕਰਦੇ ਨੇ ਜਾਂ ਆਪ ਕਰਦੇ ਨੇ ਜਾਂ ਕਿਸੇ ਤੋਂ ਹੈਲਪ ਕਰਦਾ, ਕਿਸੇ ਨੂੰ ਦੇਖਦੇ ਨੇ, ਉਹ ਇੱਕ ਨੂੰ ਧਿਆਉਂਦੇ ਨੇ, ਇੱਕ ਨੂੰ ਡਰਾ ਕਰਦੇ ਨੇ, ਆਪਣੇ ਵਿੱਚੋਂ ਵੀ ਰੱਬ ਨੂੰ ਡਰਾ ਕਰਦੇ ਨੇ, ਆਪਣੇ ਆਪ ਨੂੰ ਨਹੀਂ ਜਣਾਉਂਦੇ। ਦੂਜੇ ਵਿੱਚੋਂ ਵੀ ਕੋਈ ਕੰਮ ਕਰਦਾ ਤਾਂ ਉਸ ਵਿੱਚੋਂ ਬੰਦੇ ਨੂੰ ਨਹੀਂ ਪ੍ਰੇਸ ਕਰਦੇ, ਉਹਦੇ 'ਚ ਰੱਬ ਨੂੰ ਡਰਾ ਕਰਦੇ ਨੇ, ਰੱਬ ਦੀ ਪ੍ਰੇਸ ਕਰਦੇ ਨੇ, ਉਹਨੂੰ ਧਿਆਉਣਾ ਕਹਿੰਦੇ ਨੇ। ਧਿਆਨ ਰੱਖਣਾ, ਕਹਿੰਦੇ ਕਰ ਏਕ ਧਿਆਵੋ ਹੈ ਤਾਂ ਫਲ ਪਾਵੇ, ਤਾਂ ਜੀਵਨ ਦਾ ਫਲ ਪ੍ਰਾਪਤ ਹੁੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਿਤ ਸੇਵੀਐ ਭਾਉ ਭਾਗੈ। ਜੇ ਇਸ ਤਰ੍ਹਾਂ ਘੱਟ ਬੈਠੇ ਰੱਬ ਦੀ ਸੇਵਨਾ ਕਰਨ ਲੱਗ ਜਾਏ, ਸੇਵਾ ਕਰਦਿਆਂ ਹੋਇਆ ਉਸ ਦੀ ਯਾਦ ਰੱਖੇ, ਚਾਹੇ ਦੂਜੇ ਵਿੱਚ ਦੀ ਹੈਲਪ ਕਰਦੇ ਹਾਂ ਜਾਂ ਦੂਜਾ ਕਿਸੇ ਦੀ ਹੈਲਪ ਕਰਦਾ, ਉਸ ਵਿੱਚੋਂ ਸੇਵਾ ਕਰਦਿਆਂ ਹੋਇਆ ਰੱਬ ਦੀ ਯਾਦ ਰੱਖੇ। ਕਹਿੰਦੇ ਫਿਰ ਉਹਦਾ ਡਰ ਖਤਮ ਹੋ ਜਾਂਦਾ, ਉਹਦਾ ਭਾਉ ਖਤਮ ਹੁੰਦਾ। ਡਰ ਤਾਂ ਖਤਮ ਹੋਊਗਾ ਜੇ ਆਪਾਂ ਆਪਣੇ ਵਿੱਚ ਰੱਬ ਨੂੰ ਕਰਮ ਕਰਦਿਆਂ ਹੋਇਆ ਐਡਰੈਸ ਕਰਨ ਲੱਗ ਜਾਈਏ, ਤਾਂ ਹਾਲੇ ਵੀ ਡਰ ਪੂਰਾ ਨਹੀਂ ਖਤਮ ਹੋਣਾ ਹੈ। ਜਦੋਂ ਇਸ ਤਰ੍ਹਾਂ ਹੀ ਦੂਜੇ ਵਿੱਚੋਂ ਵੀ ਕੋਈ ਹੈਲਪ ਕਰਦਾ ਹੋਇਆ ਉਸ ਰੱਬ ਨੂੰ ਆਪਾਂ ਐਡਰੈਸ ਕਰਨ ਲੱਗਾਂਗੇ, ਤਾਂ ਫਿਰ ਦੂਜੇ ਰਾਹੀਂ ਵੀ ਆਪਣੇ ਅੰਦਰਲਾ ਡਰ ਕੰਪਲੀਟ ਤੌਰ ਤੇ ਖਤਮ ਹੋਏਗਾ। ਧਿਆਨ ਰੱਖਣਾ, ਜਿਵੇਂ ਆਪਾਂ ਆਪਣੇ ਅੰਦਰ ਰੱਬ ਨੂੰ ਦੇਖ ਕੇ ਕਰਮ ਕਰਨਾ ਹੈ, ਐ ਦੂਜੇ ਵਿੱਚ ਵੀ ਕਰਮ ਕਰਦਿਆਂ ਹੋਇਆ ਰੱਬ ਨੂੰ ਦੇਖਣਾ। ਕੋਈ ਕਰਮ ਕਰਦਾ ਹੋਵੇ ਉਸ ਨੇ ਰੱਬ ਨੂੰ ਦੇਖਣਾ ਹੈ, ਕਿੰਨਾ ਰੱਬ ਦਾ ਸਰੂਪ ਹੋ ਕੇ ਕਰਮ ਕਰ ਰਿਹਾ ਹੈ ਦੂਜਾ। ਧਿਆਨ ਰੱਖਣਾ, ਕਹਿੰਦੇ ਭਾਈ ਤਾਂ ਡਰ ਖਤਮ ਹੋਊਗਾ ਆਪਣਾ। ਕਹਿੰਦੇ ਜਿਤ ਸੇਵੀ ਹੈ, ਸੇਵਾ ਕਰਦਿਆਂ ਹੋਇਆ ਰੱਬ ਦੀ ਜਿਹੜੀ ਸੇਵਨਾ ਕਰਨੀ, ਰੱਬ ਨੂੰ ਯਾਦ ਰੱਖਣਾ, ਉਹਨੂੰ ਸੇਵੀਐ ਸ਼ਬਦ ਕਰਦੇ। ਸੇਵਾ ਕਰਦਿਆਂ ਹੋਇਆ ਰੱਬ ਨੂੰ ਸੇਵਨਾ, ਉੱਥੇ ਸੇਵੀਐ ਸ਼ਬਦ ਆ ਰਿਹਾ। ਸੇਵਾ ਕਰਦਿਆਂ ਰੱਬ ਨੂੰ ਯਾਦ ਰੱਖਣਾ, ਉਹਦਾ ਫਿਰ ਡਰ ਖਤਮ ਹੋਊਗਾ, ਉਹਦਾ ਡਰ ਭੱਜ ਜਾਂਦਾ, ਫਿਰ ਡਰ ਨਹੀਂ ਰਹਿੰਦਾ। ਕਹਿੰਦੇ ਹਨ ਭਾਈ ਉੱਚਾ ਨਹੀਂ ਕਹਿਣਾ ਮਨ ਮੈਂ ਰਹਿਣਾ ਆਪੇ ਜਾਣੈ ਜਾਣੋ। ਫਿਰ ਐਸਾ ਜਿਹੜਾ ਗੁਰਮੁਖ ਪਿਆਰਾ ਸੂਰਬੀਰ ਹੋਊਗਾ, ਫਿਰ ਉੱਚਾ ਨਹੀਂ ਬੋਲਦਾ, ਇੱਕ ਤਾਂ ਬੜਾ ਮਿੱਠਾ ਬੋਲੂਗਾ, ਪਿਆਰ ਨਾਲ ਬੋਲੂਗਾ, ਫਿਰ ਆਪਣੇ ਮਨ 'ਚ ਟਿਕਿਆ ਰਹੂਗਾ, ਕਿਉਂਕਿ ਉਹਦਾ ਮਨ ਰੱਬ ਨਾਲ ਟਿਕਿਆ ਹੁੰਦਾ। ਫਿਰ ਮਨ 'ਚ ਕਹਿੰਦਾ ਰੱਬ ਜੋ ਕਰ ਰਿਹਾ ਵਧੀਆ ਕਰ, ਆਪਾਂ ਨਹੀਂ ਕੁਛ ਬੋਲਣਾ ਹੈ ਨਾ, ਆਪਾਂ ਨਹੀਂ ਕੁਝ ਕਹਿ ਸਕਦੇ। ਫਿਰ ਉਹ ਕਹਿੰਦਾ ਰੱਬ ਆਪੇ ਜਾਣਦਾ ਹੈ, ਹਰੇਕ ਦੀ ਜਾਣਦਾ। ਐਸਾ ਫਿਰ ਉਹਦੀ ਮਨ ਦੀ ਅਵਸਥਾ ਸ਼ਾਂਤ ਹੋ ਜਾਂਦੀ, ਉਹਦੀ ਅਵਸਥਾ ਐਸੀ ਹੋ ਜਾਂਦੀ। ਕਹਿੰਦੇ ਉੱਚਾ ਨਹੀਂ ਕਹਿਣਾ ਮਨ ਮੇ ਰਹਿਣਾ ਆਪੇ ਜਾਣੈ ਜਾਣੋ। ਕਹਿੰਦੇ ਭਾਈ ਐਸਾ ਜਾਣੋ ਕਿ ਉਹ ਆਪੇ ਜਾਣੇਗਾ, ਆਪੇ ਜਾਣਦਾ ਹੈ। ਆਪਾਂ ਨੇ ਕਿਹਨੂੰ ਬੋਲਣਾ ਹੈ, ਕਿਹਨੂੰ ਬੋਲ ਕੇ ਸੁਣਾਉਣਾ ਹੈ। ਜਦੋਂ ਬੰਦਾ ਐਸੀ ਗੱਲ ਨਹੀਂ ਜਾਣਦਾ, ਫਿਰ ਲੋਕਾਂ ਨੂੰ ਰੋ ਰੋ ਕੇ, ਬੋਲ ਬੋਲ ਕੇ, ਚਲਾ ਚਲਾ ਕੇ ਸੁਣਾਉਂਦਾ ਹੈ ਨਾ, ਉੱਚੀ ਉੱਚੀ ਰੋ ਰੋ ਕੇ, ਪਿੱਟ ਪਿੱਟ ਕੇ, ਹੈ ਨਾ, ਉਹਦੇ ਮਨੋਂ ਬਾਹਰ ਹੋ ਜਾਂਦਾ। ਆਹ ਕੀ ਕਰਤਾ ਮਹਾਰਾਜ, ਆਹ ਬੱਚੇ ਨੂੰ ਮਾਰਤਾ ਤੁਸੀਂ, ਆਹ ਪਤਨੀ ਮਾਰਤੀ ਮਹਾਰਾਜ, ਆਹ ਮਾਂ ਮਾਰਤੀ, ਆਹ ਮਹਾਰਾਜ ਆਹ ਕੀ ਕਰਤਾ, ਐਂ ਰੋਈ ਜਾਂਦਾ, ਪਿੱਟੀ ਜਾਂਦਾ, ਲੋਕਾਂ ਨੂੰ ਸੁਣਾਈ ਜਾਂਦਾ। ਮਹਾਰਾਜ ਕਹਿੰਦੇ ਭਾਈ ਐਸੇ ਜਿਹੜੇ ਬੰਦੇ ਹੁੰਦੇ ਨੇ ਉਹਨਾਂ ਨੂੰ ਗੁਰਮੁਖਤਾਈ ਦਾ ਨਹੀਂ ਪਤਾ ਲੱਗਿਆ। ਐਸੇ ਜਿਹੜੇ ਬੰਦੇ ਹੁੰਦੇ ਨੇ ਉਹਨਾਂ ਨੇ ਗੁਰੂ ਦੇ ਗੁਰ ਨੂੰ ਨਹੀਂ ਸਿੱਖਿਆ, ਜੁਗਤ ਨੂੰ ਨਹੀਂ ਸਿੱਖਿਆ। ਜਿਹਨੇ ਗੁਰੂ ਦਾ ਗੁਰ ਸਿੱਖਿਆ ਹੁੰਦਾ ਹੈ ਫਿਰ ਉਹ ਪਿੱਟਦਾ ਨਹੀਂ ਹੈ, ਰੋਂਦਾ ਨਹੀਂ ਹੈ, ਹੈ ਨਾ, ਆਪਣੇ ਮਨੋਂ ਬਾਹਰ ਨਹੀਂ ਜਾਂਦਾ। ਉਹ ਫਿਰ ਕਹਿੰਦਾ ਜੀ ਇਹ ਤਾਂ ਰੱਬ ਜਾਣਦਾ ਹੈ, ਇਹਨੂੰ ਰੱਬ ਨੂੰ ਕੀ ਬੋਲਾਂਗੇ ਆਪਾਂ। ਨਹੀਂ ਤਾਂ ਲੋਕ ਰੱਬ ਨੂੰ ਮਿਹਣਾ ਮਾਰਦੇ, ਆਹ ਕੀ ਰੱਬਾ ਤੈਂ ਕਰਤਾ, ਤੈਨੂੰ ਪਤਾ ਨਹੀਂ ਸੀ ਬੱਚੇ ਛੋਟੇ ਨੇ ਇਹਨਾਂ ਦੇ, ਐਂ ਬੋਲਦੇ ਹੁੰਦੇ ਅਸੀਂ, ਹੈ ਨਾ। ਅਸੀਂ ਕਹਿੰਦੇ ਜੀ ਰੱਬ ਨੇ ਬੜੀ ਗਲਤੀ ਕਰਤੀ, ਇਹ ਬੱਚੇ ਤਾਂ ਛੋਟੇ ਛੋਟੇ ਸੀ, ਇਹਨੂੰ ਕਿਉਂ ਮਾਰਦਾ ਇਹਨੇ। ਐਂ ਲੋਕਾਂ ਨੂੰ ਪਿੱਟ ਕੇ ਸੁਣਾਉਂਦੇ ਆ, ਰੱਬ ਨੂੰ ਮਿਹਣਾ ਮਾਰਦੇ ਹੁੰਦੇ। ਸੋ ਮਹਾਰਾਜ ਕਹਿੰਦੇ ਭਾਈ ਐਸੀ ਗੁਰਮੁਖਾਂ ਦੀ ਨਿਸ਼ਾਨੀ ਨਹੀਂ ਹੈ। ਗੁਰਮੁਖ ਜਿਨ੍ਹਾਂ ਨੇ ਬਾਣੀ ਨੂੰ ਸਮਝਿਆ ਹੁੰਦਾ ਹੈ, ਕਹਿੰਦੇ ਫਿਰ ਉੱਚਾ ਨਹੀਂ ਕਹਿਣਾ ਮਨ ਮੇ ਰਹਿਣਾ ਆਪੇ ਜਾਣੈ ਜਾਣੋ। ਜਾਣੋ ਕਿ ਉਹ ਆਪੇ ਜਾਣਦਾ ਹੈ ਰੱਬ। ਸੋ ਮਹਾਰਾਜ ਕਹਿੰਦੇ ਮਰਨ ਮੁਨਸਾ ਸੂਰਿਆ ਹੱਕ ਹੈ ਜੋ ਹੋਏ ਮਰਹਿ
परवानो, ਹੁਣ देखो इत्थे शब्द किवें बदल गया है ना। कहने भाई जिन्हां ने मरण नूं परवान लिया, कहने भाई उन्हां नूं समझो कि उन्हां ने मरना ते मन दीयां सारियां आसां कहने मिट गईयां, ते कहने भाई ऐसे सूरवीर वो समझते हैं कि साडा ये हक है, मरना हक है, ते मन दीयां सारियां आसां खत्म होणियां ये हक है। ध्यान रखना, कहते मुनसा सूरिया हक है, ये साडा हक है। कहते ਉਹੀ जान सकते हैं जिन्हां ने मरण नूं परवानिया होवे, जो होए मरह परवानो, जिन्हां ने ऐसा मरना परवान लिया होवे। नानक किसनू बाबा रोईए, बाजी है इहो संसारो। देखो शब्द की लास्ट स्टेज ते पहुंच रहे। नानक पातशाह कहते हैं ऐ सियाणिओ, बाबा कहते हैं सियाणे नूं, है ना, कहते ऐ सियाणिओ मैनू दसो किहनूं रोईए, आपां किहनूं रोईए। कहते ये तो संसार की बाजी है, बाजी का अर्थ है खेल है, जिवें प्ले होंदियां ना, गेम खेडदे आपां, है ना। जे एक बार बंदा गेम हार जाता है तो फिर दूजी बार उन्हें जितने की कोशिश करता है, तो असीं कहते तू रोना क्यों भाई, जितने की कोशिश कर। जिवें कोई बच्चा गेम हार जे, गेम हारन तो बाद रोई जाए उत्थे बैठा, तो ये कहना भाई रोन दे नाल कुछ नहीं होना, रोन नाल नहीं तू जितेगा। जिवें कोई बच्चा इम्तिहान च फेल हो जाए, है ना, रोई जाए पिट्टी जाए, तो असीं कहने भाई ये तो रोंदा जी बहुत रोंदा है, इम्तिहान च फेल हो गया। कहने आए रोन नाल कुछ नहीं होना बेटा, कहने तू मेहनत कर हुण, जे तेनों पता लग गया कि तू फेल हो गया तो तेनों मेहनत करनी पैनी, जे तू मेहनत करेगा पास हो जाएगा। सो महाराज कहते भाई ये बाजी है, ये खेड है इस संसार दे विच। किवें संसार दे जब सबने जाना, जे सानूं समझ आ जाए तो फिर बंदा रोंदा नहीं है, चाहे कोई मर जाए, चाहे आप ना शरीर का मरण का हुक्म आ जाए ना, जे आपां नूं डॉक्टर भी दस दे कि भाई हुण तुसीं रहना नहीं है, पहली तो गल तो डॉक्टर नहीं दसदे, जे उन्हां नूं पता भी लग जाए ना वो नहीं दसदे, ऐ रब भी नहीं दसदा कि बंदे नूं इहनूं दसांगे ते इहने झलना नहीं, इहनूं तो समझ नहीं आनी, तो रोन पिटन लग जाना, है ना। सो रब उहनूं दसदा है जिहड़े दिलों तकड़े हुंदे, जीवन दे उहनां नूं पता लगदा जिहड़ा दिलों रब नूं मनदे ने, जे रब दे हुक्म नूं हुक्म समझदे ने, जदों फिर रब उहनां नूं दसदा है फिर उहदा सत्कार करदे ने, शुक्र है मालक तैं सानूं सद लिया, क्योंकि सानूं जिउंदियां सानूं दसता तैं, साडे जिउंदियां साडे विच तूं आप करदा सी, साडा कीता नहीं हुंदा सी, तूं आप करदा सी, ते हुण तूं सानूं सद लिया है, ते जिस कारण तैं भेजिया सी ਉਹ ਕਾਰਨ ਸਾਡਾ ਜੀਵਨ ਵਿੱਚ ਤੂੰ ਰਹਿੰਦਿਆਂ ਹੋਏ ਆਪ ਮਨੋਰਥ ਖੇਰ ਪੂਰੀ ਕੀਤੀ ਹੈ। ਆਪ ਜੀ ਦਾ ਸ਼ੁਕਰ ਹੈ, ਰੱਬ ਦਾ ਸ਼ੁਕਰ ਮਨਾਉਂਦੇ ਨੇ, ਬਹੁਤ ਖਿੜ ਖਿੜ ਕੇ ਹੱਸਦੇ ਨੇ। ਸੋ ਮਹਾਰਾਜ ਕਹਿੰਦੇ ਨਾਨਕ ਕਿਸ ਨੂੰ ਬਾਬਾ ਰੋਈਐ, ਬਾਜੀ ਹੈ ਇਹੋ ਸੰਸਾਰੋ। ਕਹਿੰਦੇ ਕੀਤਾ ਵੇਖੈ ਸਾਹਿਬ ਆਪਣਾ, ਕੁਦਰਤ ਕਰੇ ਵਿਚਾਰੋ। ਕਹਿੰਦੇ ਉਹ ਮਾਲਕ ਆਪਣਾ ਕੀਤਾ ਆਪ ਵੇਖਦਾ ਹੈ। ਕਹਿੰਦੇ ਜਿਹੜਾ ਆਪਣਾ ਸਾਹਿਬ ਹੈ ਨਾ, ਘੱਟ ਬੈਠਾ ਮਾਲਕ, ਉਹ ਆਪਣਾ ਕੀਤਾ ਫਿਰ ਆਪ ਵੇਖਦਾ ਹੈ। कहने फिर ये जिन्नी कुदरत है, ये जी कुदरत है जी जिन्हों आप नेचर कहने, ध्यान रखें, कुदरत कुददी है हर रत विच, रब दे विच रत्ती हुई जी कुदर ही है। कुदर ही का अर्थ है जीवन प्राप्त किया है जिस नेचर ने, ये सब कुदरत है। कुदरत का अर्थ है हर रत्ती रत्ती जो जिउंदा दींदी है, तुहानूं दिख रही है, ये रब च रत्ती हुई है तां दिख रही है, उन्होंने कुदरत कहने। ध्यान रखना, कहने ऐसे कुदरत कहने करे विचारो, इस कुदरत की रब आप विचार करता है, तो कुदरत फिर रब की विचार करती है ना। सो रब इन्हां दी विचार रखता है, साडा काम है कुदरत दे विच रहने है रब की विचार रखनी। ध्यान रखना, कहने फिर पता लगता है कि कीता रब आप वेखदा है। ये साहिब जिहड़ा मालक है वो अपना अंदर घट बैठा, कहते वो सब करके कहते आप उन्होंने संभाल रहा है, वो वेख रहे, वेखना कहते हैं, उन्होंने संभालना कहते हैं। कीता वेखा साहिब अपना, कुदरत करे विचारो। फिर कहते भाई कुदरत आए रब की विचार करती, कहते ऐ संसार दे विच ऐ जीवो रब की विचार करो। सो महाराज कहते हैं कुदरत विचारे धारन धारे, जिनकी आसो जाने। कहते भाई ये कुदरत विचार करे, कहते उस रब नूं धारन जिहड़ा सानूं आप धार के रखदा उहनूं धारे, जिन्हें सानूं रखिया आपां ने उहदे नाल रहना। ध्यान रखना, जिहड़ा सानूं साडी हर साल संभालदा आपां उहनूं याद रखना, हर साल उसनूं संभालना, श्वास श्वास उहनूं संभालना, जिहड़ा आपां नूं श्वास श्वास संभालदा है आपां ने श्वास श्वास उहनूं संभालना, उहनूं याद करना। ध्यान रखना, उहनूं याद करना। सो महाराज कहते जिन किया सो जाना, कहते भाई जिन्हें ये कीता है ना ऐसा संसार वो आप जानदा है,
है ना, वो आप जानता है। जिवें आपां कोई अपनी चीज़ बनाई हुंदी आपां उहनूं जाणदे किवें बनाई है किवें चलना है, ਐ ਰੱਬ ने सानू सब ਨੂੰ बनाया होया ते असीं किवें चलना है वो रब आप जानदा है। सो महाराज कहते भाई कुदरत विचारे धारन धारे, कहते जिन किया सो जाना है, कहते जिन्हें आपां नूं कीता है, जिन्हें सारी सृष्टि बनाई है वो आप जानदा है। सो महाराज कहते हैं भाई, कहते आपे वेखै आपे बूझै आपे हुक्म पछाणै, कहते फिर आप वेखदा है। जब आप वेखते होने तो जानना रब आप वेख लिया, ये देखना भी एक हो जाए, नहीं तो कहते मैं देखिया सी जी, है ना, मैं तो तां देखिया जे तैं दिखाया, जब तू देखना चाहता होंदा तां मैनूं दिखदा है, तो फिर पता लगता है तीजे स्टेज ते कि वो तो वेखदा ही आप है ना। इस गल नूं बुझना, कहते आपे बुझै आपां तां बुझांगे जो बुझाऊगा, जदों वो बुझाऊगा तो आपां बुझदे होवांगे तो फिर पता लगदा ते बुझदा ही आप है ना। कहते फिर आपे हुक्म पछाणै, कहते जदों आपां उसदा हुक्म नूं पछाणांगे तां पछाणांगे जो हुक्म की पहचान मालिक आप बख्शूगा। जिस वेले आपां नूं हुक्म की पहचान आउण लग जाए तो उन्हें बख्शी हुंदी है, तो फिर पता लगदा पछाणदा वो आप ही है। ये तीन स्टेजां दी जीवन च ख्याल रखना, तां चौथी अवस्था च पहुंचांगे, तां अपने मन नूं समझ आउणी है। कहते आपे वेखै आपे बूझै आपे हुक्म पछाणै, जिन किछ किया सोई जाणै, ताका रूप अपारो, जिन्हें कुछ कीता है, कुछ भी बनाया है संसार दे विच, कहते वो सब दी जानदा है, वो आप जानदा। कहते आ जितना सानू संसार का रूप नज़र आ रहा है, ये रब का अपना अपार अपार रूप है। उसका अर्थ है कि जो भी संसार दे विच इस कुदरत दे विच रब ने कहते भाई इस सृष्टि दे विच बना के साजिया होया है, ये विचों वो आप करदा है, ते ऐसा सारा जंत वजदा नज़र आउंदा है। ऐसे संसार की सृष्टि सानू दिख रही है। सो सच्चे पातशाह कहते आ जितना संसार दे विच कोई जीव दींदा है, ये रब का रूप है, ऐसा जानो। सो महाराज कहते ये सब रब का रूप अपार होकर वरत रहा है। इस जिहड़ा सानू निर्गुण ते सरगुण दिख रहा ना, कहते भाई ये सब रब का अपना स्वरूप है। सरगुण निर्गुण निरंकार सुन समाधि आप, आपन किया नानका आपे ही फिर जान। सो महाराज ने ऐसे बहुत सारे शब्द रखे हुए हैं, इस खेल को समझना। सो सच्चे पातशाह कहते भाई जिन किया जिन किछ किया सोई जाने, जिन्हें कुछ भी किया है ना ਉਹਦੇ बारे भी कहते भाई रब आप जानता है, रब आप जानता है। जो संसार सानू दिख रहा है, कहते ये सब ਉਹਦਾ रूप है, कहते ताका रूप अपारो, ताइयों महाराज कहते जो दिसै सो तेरा रूप। ਜਿਹੜੇ ਇਹਨਾਂ ਵਿੱਚ गुण ने, कहते गुण निधान गोबिंद अनूप, ये सारे गुण ਦਾ खजाना गोबिंद स्वरूप ਦਾ अपना अनूप है। ध्यान रखना ये बिल्कुल सारे चीज़ों नाल वखरा है, ध्यान रखना सुंदर स्वरूप है। सो महाराज कहते ये रब का जो दिसै सो तेरा रूप, कहते ये सब रब का अपार स्वरूप, कितना बेअंत स्वरूप बरत रहा है। सो महाराज कहते भाई ऐसी अवस्था है, कहते नानक किसनू बाबा रोइए, मैंने कहते दसो ऐ सियाणियो किनू रोइए, कहते बाजी है इहो संसारो, ये जीवन का खेल है, ये खेल है संसार का। कहते भाई जिस वे आ खेल समझ आ जाए फिर नहीं बंदा रोंदा, फिर बंदे नूं खेल समझ आउंदी है, खेल खेलदा है, फिर जितन की कोशिश करता है, रब दे विच मिलण की कोशिश करता है। कहते उस रब दे विच जिहड़ा सब कुछ अपने विच बनाउंदा ते अपने विचों करदा है, उहदे विच मिलण की कोशिश करदा दा अर्थ है फिर अपने आप नूं जनाउण की कोशिश तो मिटदा है कि किते मेरा मन भुल के ना जना जे आपां। ऐसी अवस्था इस शब्द राहीं मन नूं समझ आउंदी है। ये दूजा शब्द इत्थे समाप्त हुंदा है। आओ एक बार शब्द नूं प्यार नाल पढ़ के समाप्त करिए भाई, फिर अंतला शब्द पढ़ के फिर आपां फतेह बुलावांगे। सो सच्चे पातशाह इस शब्द नूं शुरू करते हैं। महाराज कहते हैं भाई वड हंस महला पहला, आवो मिलो सहेलियो, सचड़ा नाम लिहा, रोव है बिरहा तन का, अपना साहिब सामह लेहा, साहिब समहले पंथ निहालै, असां पे उथै जाना, जिसका किया तिन ही लिया, हुआ तिसै का भाना, जो तिन कर पाया सो आगे आया, असी के हुक्म करेहा, आवो मिलो सहेलियो, सचड़ा नाम लिया, मरण न मंदा लोकां आखिए, जे मर जाने ऐसा कोए,
ਇੱਥੇ ਜੇ ਲਿਖਿਆ ਨਾ ਅਖੀਰ 'ਚ ਦੇਖਿਓ ਉੱਥੇ ਜੋ ਲਿਖਣਗੇ ਮਹਾਰਾਜ ਸ਼ਬਦ, ਉੱਥੇ ਜੋ ਸ਼ਬਦ ਆਏਗਾ। ਕਹਿੰਦੇ ਮਰਨ ਨਾ ਮੰਦਾ ਲੋਕਾਂ ਆਖੀਐ, ਜੇ ਮਰ ਜਾਣੈ ਐਸਾ ਕੋਏ, ਸੇਵੈ ਸਾਹਿਬ ਸਮਰਥ ਆਪਣਾ, ਪੰਥ ਸੁਹੇਲਾ ਆਗੈ ਹੋਏ। ਪੰਥ ਸੁਹੇਲਾ ਜਾਵੋ ਤਾਂ ਫਲ ਪਾਵੋ, ਆਗੈ ਮਿਲੈ ਵਡਾਈ, ਭੇਟੈ ਸਿਉ ਜਾਵੋ ਸੱਚ ਸਮਾਵੋ, ਤਾਂ ਪਤ ਲੇਖੈ ਪਾਈ। ਭੇਟੈ ਸਿਉ ਜਾਵੋ ਸੱਚ ਸਮਾਵੋ, ਤਾਂ ਪਤ ਲੇਖੈ ਪਾਈ। ਮਹਿਲੀ ਜਾਏ ਪਾਵੋ ਖਸਮੈ ਭਾਵੋ, ਰੰਗ ਸਿਉ ਰਲੀਆਂ ਮਾਨੈ, ਮਰਨ ਨਾ ਮੰਦਾ ਲੋਕਾਂ ਆਖੀਐ, ਜੇ ਕੋਈ ਮਰ ਜਾਣੈ। ਮਰਨ ਮੁਨਸਾ ਸੂਰਿਆ ਹੱਕ ਹੈ, ਜੋ ਹੋਏ ਮਰਨ ਪਰਵਾਨੋ, ਸੂਰੇ ਸੇਈ ਆਗੈ ਆਖੀਐ, ਦਰਗਹਿ ਪਾਵੈ ਸਾਚੀ ਮਾਨੋ। ਦਰਗਹਿ ਮਾਨ ਪਾਵੈ ਪਤ ਸਿਉ ਜਾਵਹਿ, ਆਗੈ ਦੁਖ ਨਾ ਲਾਗੈ। ਕਰ ਏਕ ਧਿਆਵਹਿ ਤਾਂ ਫਲ ਪਾਵਹਿ, ਜਿਤ ਸੇਵੀਏ ਭਉ ਭਾਗੈ। ਉੱਚਾ ਨਹੀਂ ਕਹਿਣਾ ਮਨ ਮਹਿ ਰਹਿਣਾ, ਆਪੇ ਜਾਣੈ ਜਾਣੋ। ਮਰਨ ਮਨਸਾ ਮੁਨਸਾ ਸੂਰਿਆ ਹੱਕ ਹੈ, ਜੋ ਹੋਏ ਮਰਹਿ ਪਰਵਾਨੋ। ਨਾਨਕ ਕਿਸਨੋ ਬਾਬਾ ਰੋਈਐ, ਬਾਜੀ ਹੈ ਇਹੋ ਸੰਸਾਰੋ। ਕੀਤਾ ਵੇਖੈ ਸਾਹਿਬ ਆਪਣਾ, ਕੁਦਰਤ ਕਰੇ ਵਿਚਾਰੋ। ਕੁਦਰਤ ਵਿਚਾਰੇ ਧਾਰਨ ਧਾਰੇ, ਜਿਨ ਕੀ ਆਸੋ ਜਾਣੈ। ਆਪੇ ਵੇਖੈ ਆਪੇ ਬੂਝੈ, ਆਪੇ ਹੁਕਮ ਪਛਾਣੈ। ਜਿਨ ਕਿਛ ਕੀਆ ਸੋਈ ਜਾਣੈ, ਤਾਕਾ ਰੂਪ ਅਪਾਰੋ। ਨਾਨਕ ਕਿਸਨੂੰ ਬਾਬਾ ਰੋਈਐ, ਬਾਜੀ ਹੈ ਇਹੋ ਸੰਸਾਰੋ। ਨਾਨਕ ਕਿਸਨੂੰ ਬਾਬਾ ਰੋਈਐ, ਬਾਜੀ ਹੈ ਇਹੋ ਸੰਸਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ, हे पूरन है सर्व मैं दुख भंजन गुणतास। हे संगी है निरंकार, हे निर्गुण सब टेक। हे गोविंद है गुण निधान, जाकै सदा विवेक। हे अपरंपर हर हरै है भी हो बनहार। हे संता कै सदा संग निधारा आधार। हे ठाकुर हूँ दासरो, मैं निर्गुण गुण नहीं कोय। नानक दीजै नामदान, राखो हिय परोए। नानक दीजै नामदान, राखो हिय परोए। वाहिगुरु जी का खालसा, वाहिगुरु जी की फतेह।